ਇਹ ਕੋ ਆਪਣੇ ਪਿਆਰੇ ਦੋਸਤਾਂ ਵਾਸਤੇ ਤੁਹਾਡਾ ਜਿਹੜਾ ਇੰਨੀ ਤੁਸੀਂ ਤਵੀਲ ਜਦੋਜਹਿਦ ਦੇ ਬਾਅਦ ਇਸ ਸ਼ੌਕ ਦੇ ਵਿੱਚ ਚੰਦ ਅਲਫਾਜ਼ ਤੁਸੀਂ ਕਬੂਤਰ ਦੀ ਪਹਿਚਾਣ ਏਡਾ ਵੀ ਸਵਾਲ ਨਹੀਂ ਕਰਨੇ, ਕੁਐਸਚਨ ਜਵਾਬ, ਕਿਉਂਕਿ ਮੀਡੀਆ ਤਾਂ ਅੱਜ ਕੱਲ੍ਹ ਅਸੀਂ ਬੜੇ ਸੁਣਨੇ ਵੀ ਆ ਤੇ ਦੇਖਦੇ ਵੀ ਆ। ਕੋਈ 200 ਪੁਆਇੰਟ ਨੂੰ ਤਰਜੀਹ ਦੇ ਰਿਹਾ, ਕੋਈ ਬਲੱਡ ਲਾਈਨ ਨੂੰ ਤਰਜੀਹ ਦੇ ਰਿਹਾ। ਤੁਸੀਂ ਪ੍ਰੈਕਟੀਕਲ ਮਾਸ਼ਾਅੱਲਾ ਕੋਈ ਉਸਤਾਦ ਹੋ, ਪ੍ਰੈਕਟੀਕਲ ਬੰਦੇ ਹੋ। ਤੁਸੀਂ ਆਪਣੇ ਮੁਖਤਸਰ ਅਲਫਾਜ਼ ਵਿੱਚ ਇਹ ਪਰਿੰਦੇ ਦੀ ਤੁਹਾਨੂੰ ਕੀ ਸਮਝ ਆਈ ਹੈ? ਪਰਿੰਦੇ ਭਾਈ ਦੀ ਸਮਝ ਠੀਕ ਹੈ, ਹਰ ਇਲਾਕੇ ਦੀ ਇੱਕ ਆਪਣੀ ਕਬੂਤਰਬਾਜ਼ੀ ਹੈ। ਹਾਂਜੀ, ਅਸੀਂ ਜ਼ਿਲ੍ਮ ਦੇ ਕੋਟਵਾਰ ਦੇ ਇਲਾਕੇ ਦੇ ਹਾਂ ਬਿਲਕੁਲ। ਇਹ ਕਬੂਤਰ ਹੁਣ ਤੁਹਾਡੇ ਇੱਧਰ ਦੇ ਇਲਾਕੇ ਆ, ਬਿਲਕੁਲ ਸਮਝ ਗਿਓ। ਹਰ ਇਲਾਕੇ 'ਚ ਆਪਣੇ ਹਿਸਾਬ ਨਾਲ ਕਬੂਤਰ ਬਣਾਉਣੇ ਹੁੰਦੇ ਨੇ। ਦੋਸਤ ਮੇਰੇ ਨਾਲ ਬੜੇ ਇਖਤਲਾਫ ਕਰਦੇ ਨੇ ਤੇ ਮੈਂ ਇਸ ਵਾਰ ਤੁਸੀਂ ਬੋਲਦਾ ਹੀ ਨਹੀਂ। ਠੀਕ। ਹੁਣ ਤੁਹਾਡੇ ਇਲਾਕਿਆਂ ਵਿੱਚ ਬੰਦ ਦੁਮਾਂ, ਛੋਟੀਆਂ ਦੁਮਾਂ ਪਰ ਪਸੰਦ ਕਰਦੇ ਨੇ। ਸਾਡੇ ਥੋੜੀ ਵੱਡੀ ਦੁਮ ਹੁੰਦੀ ਹੈ, ਖੁੱਲੀ ਦੁਮ ਦਾ ਕਬੂਤਰ ਹੈ, ਸੀਨੇ ਚੌੜੇ ਦਾ ਕਬੂਤਰ ਹੁੰਦਾ। ਸੈਂਤੀ ਖੜਾ ਬਸ ਤੇਜ਼ ਘਰ ਪੈਂਦਾ, ਤੇਜ਼ ਹਵਾ 'ਚ ਉਹ ਕੰਮ ਕਰ ਜਾਂਦੇ ਨੇ। ਸਮਝ ਗਿਓ। ਠੀਕ। ਉਹ ਕਈ ਦਫਾ ਮੈਂ ਗੱਲ ਕੀਤੀ ਹੈ ਤੇ ਉਹ ਲੋਕ ਲੜਨ ਆ ਜਾਂਦੇ ਨੇ ਮੇਰੇ ਨਾਲ ਡੇਰੇ ਦੇ ਵਿੱਚੋਂ। ਇਹ ਕਿਉਂ ਆਖਦੇ ਮੈਨੂੰ ਰਾਜਾ ਸਾਹਿਬ ਹਕੀਕਤ ਜਿਹੜੀ ਗੱਲ ਹੈ ਨਾ, ਭਾਈਜਾਨ ਆਪਣੇ ਹਾਂਜੀ, ਇਲਾਕੇ ਆਪਣੀ ਇਲਾਕੇ ਦੇ ਮੁਤਾਬਕ ਅਸੀਂ ਬਣਾਉਂਦੇ ਹਾਂ, ਅਸੀਂ ਆਪਣੇ ਇਲਾਕੇ ਦੇ ਮੁਤਾਬਕ। ਰਾਜਾ ਸਾਹਿਬ ਇਹਦੇ 'ਚ ਕੀਮਿਆਗਰੀ ਦਾ ਵੀ ਇਫੈਕਟ ਆਉਂਦਾ ਇੱਕ, ਕੀਮਿਆਗਰੀ ਦਾ ਕਿਉਂ ਜੀ? ਸਭ ਤੋਂ ਪਹਿਲਾਂ ਜਿੱਡਾ ਵੀ ਅੱਛਾ ਹੋਵੇ ਕਬੂਤਰ, ਉਸ ਨੂੰ ਸੰਭਾਲਣ ਵਾਲਾ ਨਾ ਹੋਵੇ ਬਿਲਕੁਲ। ਤੇ ਉਸ ਕਬੂਤਰ ਕੀ ਕਰ ਲੈਣਾ ਹੈ। ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਇਹਦੇ 'ਚ ਵਿਰਾਸਤ ਪਿੰਹਾ ਹੈ ਨੇ, ਮੌਜੂਦ ਨੇ। ਭਾਜੀ ਹੁਣ ਅਗਲੇ ਦਿਨ 3 ਤਾਰੀਖ ਡਰਬੀ ਰੇਸ ਹੋਈ ਹੈ। ਹਾਂਜੀ ਠੀਕ ਹੈ, ਜਿੰਨੇ ਘੋੜੇ ਭੱਜੇ ਨੇ ਸਾਰੇ ਇੱਕੋ ਟਾਈਮ ਦੇ ਸਨ। ਠੀਕ। ਉਹ ਕੀਮਿਆਗਰੀ ਨਾਲ ਜਿੱਤ ਗਏ। ਬਿਲਕੁਲ। ਸਮਝ ਗਏ। ਕਬੂਤਰਬਾਜ਼ੀ ਤੇ ਹੁਣ ਉਡਾਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਤਾ ਹੈ ਜਿੱਡਾ ਵੀ ਅੱਛਾ ਕਬੂਤਰ ਹੋਵੇ, ਸਵਾਰ ਚੰਗਾ ਨਾ ਹੋਵੇ, ਉਹਨੇ ਕੀ ਕਰਨਾ। ਬਿਲਕੁਲ ਇਹ ਗੱਲ ਹੈ ਭਾਈ। ਕਬੂਤਰ ਨੂੰ ਉਡਕਾਏ ਨੂੰ ਉਹਨੂੰ ਸੰਭਾਲਣ ਦਾ ਹੀ ਨਹੀਂ ਪਤਾ, ਹਾਂਜੀ ਉਹਨੇ ਕੀ ਕਰ ਲੈਣੇ। ਜਿੱਡੇ ਵੀ ਚੰਗੇ ਕਬੂਤਰ ਲੈਣੇ। ਹਾਂਜੀ। ਤੇ ਜੇ ਮਤਲਬ ਬੰਦਾ ਕਾਰੀਗਰ ਹੈ, ਉਹ ਮਾੜਾ ਮੋਟਾ ਮਾੜਿਆਂ ਨੂੰ ਵੀ ਅਦਾ ਕਰ ਲੈ। ਕਬੂਤਰ ਦੀ ਸੰਭਾਲ ਹੈ। ਐਸਾ ਅਸੀਂ ਕਹਿ ਸਕਦੇ ਹਾਂ ਸ਼ੋਭਾ ਨੇ, ਇੱਕ ਵੇ ਬਰੀਡਿੰਗ, ਬਰੀਡਿੰਗ ਦਾ ਸ਼ੌਕ ਇਹ ਸ਼ੋਭਾ ਹੈ। ਬਹੁਤ ਆਪਣੀ ਇੱਕ ਉਡਾਨ ਦਾ ਸ਼ੋਭਾ ਹੈ, ਇੱਕ ਟ੍ਰੇਨਿੰਗ ਦਾ ਵੀ ਸ਼ੋਭਾ ਹੈ, ਜਿਹਨੂੰ ਦੋਸਤ ਸਾਡੇ ਨਜ਼ਰ ਅੰਦਾਜ਼ ਕਰਦੇ ਨੇ। ਟ੍ਰੇਨਿੰਗ ਦਾ ਸ਼ੋਭਾ ਤੇ ਪਰਖ ਹੈ ਨਾ ਇੱਕ ਜਿਹੜੀ। ਹਾਂਜੀ ਬਰੀਡਿੰਗ ਦਾ ਸ਼ੋਭਾ ਬਹੁਤ ਅਹਿਮ ਸ਼ੋਭਾ ਹੈ। ਬਿਲਕੁਲ। ਬਣਾਉਣ ਦਾ ਫਨ ਹੈ। ਹਾਂਜੀ ਉਹ ਬਰੀਡਰ ਦੁਨੀਆ ਦੇ ਜਿਹੜੇ ਐਸਨ ਜਿਨ੍ਹਾਂ ਦਾ ਨਾਮ ਹੈ, ਉਸ ਦਾ ਯਾਦ ਰਹਿਣਾ ਹੈ। ਹਾਂਜੀ, ਬਿਲਕੁਲ ਬਿਲਕੁਲ। ਠੀਕ ਹੈ। ਉਡਾਣ ਦਾ ਸ਼ੋਭਾ ਸੀ, ਉਡਾਣ ਦੇ ਕਾਰੀਗਰ ਸਨ, ਜਿਸ ਨੂੰ ਮਿਸਤਰੀ ਦੀਨ ਸਾਹਿਬ ਨਾਲ ਅੱਲਾ ਜਨਤਾ ਹਿਸਾਬ ਕਰਿਆ। ਹੋਰ ਜਿਹੜੇ ਉਸਤਾਦ ਸਨ, ਉਸਤਾਦ ਜੋ ਉਡਾਣ ਦੇ ਮਕਸਦ। ਬਿਲਕੁਲ ਠੀਕ ਹੈ। ਪਰਖ ਦਾ ਇੱਕ ਸ਼ੋਭਾ ਹੈ, ਪਰਖ ਦਾ ਵੀ ਬਹੁਤ ਵੱਡਾ ਹੈ ਭਾਜੀ। ਟ੍ਰੇਨਿੰਗ ਦਾ ਤੇ ਦੇਖੋ ਜੀ ਕਿ ਏਡਾ ਮੁਸ਼ਕਲ ਕੰਮ ਕੋਈ ਨਹੀਂ ਕਬੂਤਰਬਾਜ਼ੀ ਸਮਝਾਉਣ ਵਾਲਾ। ਬਿਲਕੁਲ ਹੋਣ ਬਲਕਿ ਜ਼ਿਆਦਾ ਆਸਾਨ ਹੋ ਗਿਆ ਸੋਸ਼ਲ ਮੀਡੀਆ ਜਿੱਦਾਂ ਦੀ ਆਸਾਨ ਹੈ। ਸਮਝਾਉਣ ਵਾਲਾ ਬੰਦਾ ਹੋਵੇ ਸਹੀ। ਇਹਦੇ ਕਿਹੜਾ ਜਹਾਜ਼ ਚਲਾਣਾ ਹੈ। ਪ੍ਰਵਾਸੀ ਕਬੂਤਰਾਂ ਦੀ ਟੀਮ ਦੀ ਸਿਲੈਕਸ਼ਨ ਕਰਨਾ, ਇਹ ਵੀ ਇੱਕ ਬਹੁਤ ਅਹਿਮ ਇਹ ਪਿਓ ਤੇਜ ਨਹੀਂ, ਇਹ ਵੀ ਤੇਜ ਹੈ ਨਹੀਂ। ਹਾਂਜੀ ਚਲੋ ਜੀ। ਹਾਂਜੀ। ਤੇ ਅਗਰ ਕਬੂਤਰਾਂ ਦੀ ਸਿਲੈਕਸ਼ਨ ਤੁਸੀਂ ਅੱਛੀ ਕਰ ਲਓ, ਕਾਫੀ ਐਡਵਾਂਟੇਜ ਤੁਹਾਨੂੰ ਇਸ ਗੱਲ ਦਾ ਮਿਲਦਾ ਹੈ। ਵਿਸ਼ਵਾਸ ਭਾਈ, ਜਿਤਨੇ ਅਸੀਂ ਲੋਕ ਨਾ ਸਾਰੇ ਦਿਨ ਰਾਤ ਅਸੀਂ ਕਬੂਤਰਾਂ 'ਚ ਹੀ ਹੁੰਦੇ ਆ। ਹਾਂ ਬਿਲਕੁਲ ਠੀਕ ਹੈ। ਉਹ ਭਾਈਆਂ ਨਾਲ ਹੀ ਗੱਲ ਹੈ ਵੀ ਸਿਲੈਕਸ਼ਨ ਕਰਨੀ ਵੀ ਬੜਾ ਮੁਸ਼ਕਲ ਹੈ ਕਬੂਤਰ ਦੀ। ਹਾਂਜੀ ਠੀਕ ਹੈ। ਫਿਰਤਾਂ ਲਾਣੀਆਂ 100 ਸਵਾ 100 ਕਬੂਤਰਾਂ ਵਿੱਚੋਂ 11 ਕਬੂਤਰ ਕੱਢਣੇ, ਫਿਰ ਉਹ ਟੀਮ ਇੱਕ ਸਿਲੈਕਟ ਕਰਨੀ, ਉਹ ਵੀ ਬੜੀ ਮੁਸ਼ਕਲ ਹੁੰਦੀ ਹੈ। ਸਭ ਤੋਂ ਮੇਨ ਕਬੂਤਰਬਾਜ਼ੀ ਜਿਹੜਾ ਮੇਰਾ ਆਪਣਾ ਨਜ਼ਰੀਆ ਹੈ, ਉਡਾਣਾ ਕੋਈ ਕੰਮ ਨਹੀਂ। ਜਿਸਲੇ ਕਬੂਤਰ ਉਡਕਾ ਕੇ ਬਹਿੰਦੇ ਫਿਰ ਤੁਹਾਡੀ ਡਿਊਟੀ ਸ਼ੁਰੂ ਹੁੰਦੀ ਉਹਨੂੰ ਹੈ। ਬਹਾਲ ਕਰਨਾ। ਇਹ ਰਿਕਵਰੀ ਦਾ ਜਿਹੜਾ ਉਹ ਮਰਹਲਾ ਜਿਹੜਾ ਮੁਸ਼ਕਲ ਮਰਹਲਾ। ਜਿਸ ਕਬੂਤਰ ਨੇ ਸ਼ਾਮ ਤੋਂ ਨਹੀਂ ਪੋਟਾ ਹੀ ਲਮਕਾਏ, ਉਹਨੇ ਅਗਲੇ ਦਿਨ ਕੀ ਕਰ ਲੈਣਾ। ਹਾਂ ਬਿਲਕੁਲ। ਕਿਉਂ ਜੀ ਭਾਈ? ਜਿਹਨੇ ਬੈਠੇ ਕਬੂਤਰ ਨੂੰ ਸੰਭਾਲਣਾ ਹੈ, ਜਿਹਨੇ ਤਿਆਰ ਕਰ ਲੈਣਾ, ਉਸੇ ਉਡਾਣਾ। ਰਾਜਾ ਸਾਹਿਬ ਮੌਸਮ ਦੀ ਗੱਲ ਕਰ ਰਹੇ ਹੋ ਤੇ ਇਲਾਕੇ 'ਚ ਮੌਸਮ ਨੇ, ਕਿਤੇ ਟੈਂਪਰੇਚਰ ਜ਼ਿਆਦਾ ਹੁੰਦਾ ਹੈ, ਕਿਤੇ ਖੁਸ਼ਕ ਜ਼ਿਆਦਾ ਹੁੰਦੇ ਨੇ। ਕਬੂਤਰਬਾਜ਼ ਨੂੰ ਕੁਝ ਨਹੀਂ ਆਉਂਦਾ। ਜਾਂ ਵੀ ਹੋਵੇ ਸਾਡੇ ਕਬੂਤਰ ਉੱਡਣਗੇ। ਠੀਕ। ਮੌਸਮ ਖਲੋਤ ਹੋਣ। ਅੱਛਾ ਅੱਛਾ। ਹੁਣ ਸਾਡੇ ਬੰਦੇ ਲੈ ਜਾਂਦੇ ਜ਼ਿਲ੍ਹ ਠੰਡ ਹੈ, ਠੰਡ ਕੋਈ ਨਹੀਂ, ਸਾਨੂੰ ਤੂਫਾਨ ਲੈ ਜਾਂਦੇ। ਠੀਕ। ਹਾਂਜੀ ਮੌਸਮ ਹੀ ਉੱਥੋਂ ਹੀ ਸ਼ੁਰੂ ਹੁੰਦਾ ਕਿ ਪੱਟੀਆਂ ਲਾਉਂਦਾ। ਜੀ ਤੁਹਾਡੇ ਅੱਜ 42 ਹੈ, ਕੱਲ ਤੁਹਾਨੂੰ ਉਮੀਦ ਹੈ 43 ਹੋਏਗਾ, 43 ਨਾ ਹੋਇਆ 41 ਤੇ ਹੋਏਗਾ। ਬਿਲਕੁਲ ਠੀਕ ਹੈ। ਸਾਡੇ ਰਾਤ ਨੂੰ ਬੱਦਲ ਫਿਰ ਜਾਣ, ਸਾਡੇ ਸਵੇਰੇ 34 ਹੁੰਦਾ। ਹਾਂਜੀ ਐਸੇ ਹੀ। ਮਤਲਬ ਇੱਕ ਵਾਰੀ 42 ਹੈ, ਨਾਲ ਹੀ 34 ਤੇ ਆ ਗਏ। ਉਹ ਤੁਸੀਂ ਕਬੂਤਰ ਇਹ ਤੇ ਨਹੀਂ ਹੈ ਵੀ ਮਤਲਬ ਇੰਜ ਦੇ ਛੋੜਿਆ, ਕਬੂਤਰ ਨੂੰ ਤਿਆਰ ਕਰਨਾ। ਉਹਦਾ ਸੱਖਾ ਹੁਣ ਉਹ ਵੀ ਪਾਕਿਸਤਾਨ ਦਾ ਹਿੱਸਾ ਹੈ। ਉੱਥੇ ਸਾਡਾ ਜਿਹੜੀ ਨਮੀ ਦਾ ਤਰ੍ਹਾਂ ਸਭ ਖੁਸ਼ਕ ਮੌਸਮ ਹੁੰਦਾ ਹੈ। ਇਹ ਜੋੜਾ ਤੁਹਾਡਾ ਮੁਲਤਾਨ ਹੈ,
ਮੁਲਤਾਨ ਵੀ ਤੁਸੀਂ ਮਾਸ਼ਾਅੱਲਾ ਵਿਜ਼ਿਟ ਕੀਤਾ ਹੋਵੇ। ਹਾਂਜੀ ਉੱਥੇ ਕਬੂਤਰ ਅਸੀਂ ਅਮੂਮਨ ਨਾ ਉਹਨਾਂ ਦੇ ਪੰਜੇ ਮੌਸਮ ਦੀ ਵਜ੍ਹਾ ਨਾਲ ਖੁਸ਼ਕ ਹੋ ਜਾਂਦੇ, ਸਿਕਰੀ ਪੈ ਜਾਂਦੀ ਹੈ। ਅਸੀਂ ਕਹਿੰਦੇ ਨਸਲ ਬੜੀ ਵਧੀਆ ਚੁੰਮ ਚੁੰਮ ਕੇ ਰੱਖਨੇ ਆ। ਅਸੀਂ ਉਹ ਮੁਲਤਾਨੋਂ ਕਬੂਤਰ ਬੜੇ ਲਿਆਂਦੇ, ਉਹਨਾਂ ਦੇ ਇੱਥੇ ਆ ਕੇ ਪੰਜੇ ਗੁਲਾਬੀ ਹੋ ਜਾਂਦੇ ਨੇ। ਉਹ ਨਹੀਂ ਉਹ ਯਾਰ ਪੰਜਾਂ ਪੁੰਜਾਂ ਦੇ ਐਵੇਂ ਹੀ ਇਹਦੀ ਇਹ ਕੋਈ ਹੈ ਹਕੀਕਤ ਇਹ ਗੱਲ 'ਚ? ਕੁਛ ਕੁ ਪੰਜਾ ਚੰਗਾ ਹੈ। ਸਮਝ ਲਿਓ ਦੇਖੋ ਜੀ, ਜਿਹੜਾ ਆਦਮੀ ਆਪਣੇ ਕਬੂਤਰਾਂ ਨੂੰ ਸਰੋਂ ਪਾਏ, 71 ਤੀਸਰੀ ਨਸਲ ਹੈ। ਜ਼ਿਆਦਾ ਉਹਦੇ ਕਬੂਤਰਾਂ ਦੇ ਪੰਜਿਆਂ ਦਾ ਕਲਰ ਕਲੀਜੀ ਹੋਏਗਾ। ਜਿੰਨਾ ਅੱਛਾ ਦਾਣਾ ਪਾਓਗੇ, ਜਿੰਨੀ ਸਰੋਂ ਪਾਓਗੇ, ਪੰਜੇ ਜਾਮ ਨੂੰ ਲੱਗੀ ਹੋ ਮਸੇ ਤੋਂ ਤੁਸੀਂ ਪਾਓ ਕਣਕ ਤੇ ਉਹ ਕਬੂਤਰ ਲੈ ਆਓ, ਪੰਜੇ ਗੁਲਾਬੀ ਤੋ ਜੇ ਉਸਤਾਦ ਇਕਰਾਮ ਮਾਸ਼ਾਅੱਲਾ ਸਾਰੇ ਉਸਤਾਦ ਨੇ। ਡਾਈਟ ਦਾ ਕਹਿ ਰਹੇ ਹੋ ਕਿਆ ਸਰ ਇਹਦੇ ਵਿੱਚ? ਹਾਂਜੀ ਹਾਂਜੀ, ਡਾਈਟ ਦਾ ਹਾਂਜੀ ਅੱਛੇ ਦਾਣੇ ਦਾ ਵੀ ਅੱਛੀ ਡਾਈਟ ਦੀ ਜਦੋਂ ਉਹਨਾਂ ਦੇ ਪੰਜੇ ਦਾ ਰੰਗ ਤਬਦੀਲ ਹੋ ਜਾਂਦਾ ਹੈ। ਜਿਹੜਾ ਤੁਹਾਡਾ ਖੁੱਡਾ ਹੈ, ਉਸ ਖੁੱਡੇ ਦਾ ਬੜਾ ਇਫੈਕਟ ਹੁੰਦਾ ਹੈ। ਅਗਰ ਮਿੱਟੀ ਦੀਆਂ ਕੋਈ ਦੀਵਾਰਾਂ ਮਾਸ਼ਾਅੱਲਾ ਨੇ, 5-6 ਮਿੱਟੀ ਪੀਸ ਦਾ ਹੁੰਦੇ ਲੇਪ ਹੈ, ਉੱਥੇ ਕਬੂਤਰਾਂ ਦੀ ਨਸ਼ੋਨੁਮਾ ਹੋਰ ਤਰ੍ਹਾਂ ਹੋਏਗੀ। ਅਗਰ ਕਿਸੇ ਜਗ੍ਹਾ ਪਲਸਟਰ ਜਾਂ ਮਾਰਬਲ ਲੱਗਾ ਹੈ, ਉੱਥੇ ਕਬੂਤਰਾਂ ਦੀ ਨਸ਼ੋਨੁਮਾ ਹੋਰ ਤਰ੍ਹਾਂ ਹੋਏਗੀ। ਇਹ ਸਾਰੀਆਂ ਚੀਜ਼ਾਂ ਦਾ ਬੜਾ ਇਫੈਕਟ ਹੁੰਦਾ ਹੈ। ਫਿਰ ਉੱਥੇ ਹੀ ਗੱਲ ਆ ਗਈ ਕਿ ਮੌਸਮ ਤੇ ਮੌਸਮ ਦਾ ਦਾਰੋਮਦਾਰ ਬਹੁਤ ਜ਼ਿਆਦਾ। ਰੱਖ ਰਖਾ ਦੇਖੋ, ਖੁੱਡਿਆਂ 'ਚ ਵੀ ਕੈਲਸ਼ੀਅਮ ਕਬੂਤਰਾਂ ਨੂੰ ਮਿਲਦਾ ਹੈ। ਠੀਕ ਤੁਸੀਂ ਮਿੱਟੀ ਦਾ ਫਰਸ਼ ਹੋਵੇ, ਪਲਸਤਰ ਹੋਇਆ ਹੋਵੇ ਮਿੱਟੀ ਦਾ, ਉੱਥੇ ਕਬੂਤਰ ਹਮੇਸ਼ਾ ਖੁਸ਼ਹਾਲ ਹੀ ਰਹਿਣਗੇ ਔਰ ਸਿਹਤਮੰਦ ਰਹਿਣਗੇ। ਔਰ ਅਗਰ ਟਾਈਲਾਂ ਲੱਗੀਆਂ ਦੀਆਂ, ਮਾਰਬਲ ਲੱਗਾ ਦਾ, ਉੱਥੇ ਕਬੂਤਰਾਂ ਦੀ ਬਹੁਤ ਜ਼ਿਆਦਾ ਕੇਅਰ ਕਰਨੀ ਪਏਗੀ। ਆਰਟੀਫੀਸ਼ੀਅਲ ਦੇਣੇ ਪੈਣਗੇ ਵਿਟਾਮਿਨ। ਕਬੂਤਰਾਂ ਨੂੰ ਕੈਲਸ਼ੀਅਮ ਦਵੋਗੇ ਤੇ ਤੁਹਾਡੇ ਕਬੂਤਰ ਤੰਦਰੁਸਤ ਰਹਿਣਗੇ। ਇਹਦਾ ਬੜਾ ਇਫੈਕਟ ਹੈ। ਭਾਜੀ ਸ਼ਾਰ ਜੀ ਗੱਲ ਹੈ, ਜਿਸਲੇ ਅਸੀਂ ਹੁੰਦੇ ਸੀ, ਸਾਡੇ ਕੱਚੇ ਕੋਠੇ ਹੁੰਦੇ ਸੀ, ਬਚਪਨ ਦੀ ਗੱਲ ਆ। ਕੋਈ ਵਾਇਰਸ, ਕੋਈ ਬਿਮਾਰੀ ਨਹੀਂ ਆਉਂਦੀ। ਬਿਲਕੁਲ ਹੁਣ ਮਾਰਬਲ ਲਾਇਨ ਭਾਏ ਨਾਲ ਵੀ ਗੱਲ ਹੈ, ਖੁੱਡੇ ਇੰਜ ਲਿਫਟ ਹਾਂ ਤੇ ਬਿਮਾਰੀਆਂ ਮੁੱਕਦੀਆਂ ਨਹੀਂ। ਜਾਨ ਨਹੀਂ ਛੱਡਦੀ 12 ਮਹੀਨੇ ਸਿਰ ਵੀ ਦੇ। ਇਹ ਬਿਲਕੁਲ ਠੀਕ ਕਹਿੰਦੇ ਹੋਗੇ ਤੁਸੀਂ ਭਾਜੀ। ਤੁਸੀਂ ਆਪਣੇ ਖੁੱਡੇ ਦਾ ਫਰਸ਼ ਜਿਹੜਾ ਹੈ, ਦਰਵਾਜ਼ੇ ਦੀ ਦਲੀਜ਼ ਤੋਂ 1 ਇੰਚ ਉੱਪਰ ਰੱਖੋ। ਬਹੁਤ ਘੱਟ ਜਾਏਗੀ ਰੇਸ਼ੋ ਰਾਣੀ ਖੇਤ ਤੁਹਾਡੇ ਜਾਨਵਰਾਂ 'ਚ ਆਉਣ ਦੀ। ਖੁੱਡਿਆਂ ਦਾ ਫਰਸ਼ ਦਰਵਾਜ਼ੇ ਦੀ ਦਲੀਜ਼ ਤੋਂ ਥੱਲੇ ਹੋਏਗਾ, ਉੱਥੇ ਬਹੁਤ ਜ਼ਿਆਦਾ ਚਾਂਸ ਹੋਏਗਾ ਰਾਣੀ ਖੇਤ ਹੋਣ ਦਾ। ਇਹ ਵੀ ਸਾਡੇ ਤਜਰਬੇ ਦੇ ਵਿੱਚ। ਸੋ ਉਹ ਜਿਹੜਾ ਫਰਸ਼ ਹੈ ਉਹਦੀ ਗਰਾਊਂਡ ਉੱਚੀ ਹੋਣੀ ਚਾਹੀਦੀ ਹੈ ਹਾਂਜੀ, ਜਿੱਥੇ ਜਾਲਾਂ ਤੋਂ। ਕਬੂਤਰ ਅੰਦਰ ਸਟੇ ਕਰਦੇ ਨੇ ਖੁੱਡੇ ਦੇ ਅੰਦਰ, ਉਹਦਾ ਜਿਹੜਾ ਫਰਸ਼ ਹੈ, ਉਹ ਜਿਹੜਾ ਦਰਵਾਜ਼ਾ ਹੈ, ਉਹ ਦਰਵਾਜ਼ੇ ਦੇ ਬਰਾਬਰ ਜਾਂ ਕੋਈ 1 ਇੰਚ ਉੱਪਰ ਹੋਵੇ ਫਰਸ਼। ਉੱਥੇ ਕਦੀ ਰਾਣੀ, ਕਿਉਂਕਿ ਇਹ ਇਹਨਾਂ ਦੀਆਂ ਵਿੱਠਾਂ ਤੋਂ ਹੀ ਨਾ ਇੱਕ ਗੈਸ ਜਾਂ ਭਾਪ ਉੱਠਦੀ ਹੈ। ਉਹ ਅਗਰ ਖੁੱਡੇ 'ਚ ਰਹੇਗੀ ਤੇ ਉੱਥੇ ਬਹੁਤ ਜ਼ਿਆਦਾ ਚਾਂਸ ਹੈ ਰਾਣੀ ਖੇਤ ਦਾ। ਠੀਕ ਅਗਰ ਉਹ ਭਾਪ ਜਾਂ ਗੈਸ ਖੁੱਡੇ 'ਚ ਨਹੀਂ ਹੋਏਗੀ, ਉੱਥੇ ਰਾਣੀ ਖੇਤ ਨਹੀਂ ਆਏਗੀ। ਅਸੀਂ ਇੱਕ ਦਫਾ ਆਵਾਂਗੇ ਜਨਾਬ। ਸਾਰਾ ਜੀ ਖਾਰ ਕਾਕਾ ਸਾਹਿਬ ਬੜੀ ਦੇਰ ਬਾਅਦ ਮੁਲਾਕਾਤ ਹੋਈ ਹੈ ਤੇ ਅੱਜ ਸਾਡੇ ਹੱਥੇ ਵੀ ਲੱਗੇ ਨੇ। ਚਲੋ ਜੇਲਮ ਤੇ ਜਾ ਨਹੀਂ ਸਕਦੇ, ਅੱਜ ਇੱਥੇ ਆ ਗਏ ਨੇ। ਰਾਜਾ ਸਾਹਿਬ ਇੱਕ ਨਾ ਮੀਡੀਆ ਦਾ ਹਮੇਸ਼ਾ ਕੰਮ ਹੈ ਅੱਛੀ ਚੀਜ਼ ਦੀ ਵਜ਼ਾਹਤ ਕਰਨੀ। ਮੌਜੂਦਾ ਦੌਰ ਦੇ ਵਿੱਚ ਅਸੀਂ ਬਲੱਡ ਲਾਈਨ ਦਾ ਬੜਾ ਨਾਂ ਸੁਣਦੇ ਆ। ਹਾਂਜੀ ਉਹ ਹੀ ਕਿਸੇ ਵੀ ਅਲਫਾਜ਼, ਉਹ ਹੀ ਤਸ਼ਰੀਹ ਤੇ ਉਹ ਹੀ ਗੱਲਾਂ ਬਾਤਾਂ। ਬਲੱਡ ਲਾਈਨ ਸਾਡੇ ਕਬੂਤਰਪੁਰ ਵਿੱਚ ਪਾਕਿਸਤਾਨ ਦੇ ਵਿੱਚ ਅਸੀਂ ਚੰਦ ਨਾਵਾਂ ਨਾਲ ਮਖਸੂਸ ਕਰ ਦਿੱਤਾ ਹੈ। ਬਿਲਕੁਲ। ਹਾਲਾਂਕਿ ਹਕੀਕਤ ਕੁਛ ਇਧਰ ਬਰਕਸ ਹੈ। ਬਲੱਡ ਲਾਈਨ ਦੇ ਪਰਫਾਰਮੈਂਸ ਦਾ ਨਾਂ, 73 ਹੀ ਨੇ। ਬਲੱਡ ਲਾਈਨ ਹੈ। ਪਰਫਾਰਮੈਂਸ ਇੱਕ ਰਾਜਾ ਸਾਹਿਬ ਦਾ ਅਸੀਂ ਨਾਂ ਲੈ ਰਹੇ ਹਾਂ ਤੇ ਸਾਨੂੰ ਪਤਾ ਕਿ ਮੈਂ ਜਾਣਨਾ ਤੁਹਾਨੂੰ 18-20 ਸਾਲ ਤੋਂ ਕਿ ਤੁਸੀਂ ਪ੍ਰੈਕਟੀਕਲ ਮੈਦਾਨ ਦੇ ਪਲੇਅਰ ਹੋ। ਤੁਹਾਡੀ ਕੋਈ ਬਲੱਡ ਲਾਈਨ ਕਹੇ ਤੇ ਮੈਂ ਮੰਨ ਲਵਾਂਗਾ, ਜੇ ਕਿਸੇ ਹੋਰ ਦੀ ਕਹੇ ਮੈਂ ਨਹੀਂ ਮੰਨਾਂਗਾ। ਬਲੱਡ ਲਾਈਨ ਇੱਕ ਪਰਫਾਰਮੈਂਸ, ਮਸਲਨ ਕਿ ਪੀੜ੍ਹੀ ਦਰ ਪੀੜ੍ਹੀ, ਬਾਪ ਦਾਦਾ ਪੋਤਾ, ਉਹਦੇ ਅੱਗੋਂ ਇੱਕ ਲੜੀ ਜਾਏ ਤੇ ਉਹ ਬਲੱਡ ਲਾਈਨ ਦੇ ਅਸੀਂ ਜ਼ਮਰੇ 'ਚ ਲੈ ਸਕਦੇ ਹਾਂ। ਜੇ ਆ ਪੈਡੀਗਰੀ ਹੈ ਨਾ, ਆਪਣੀ ਗਰੀ ਨੂੰ ਇਹ ਕੀ ਤੁਸੀਂ ਤਸ਼ਰੀਹ ਕਰੋਗੇ ਆਪਣੇ ਅਲਫਾਜ਼ ਦੇ ਵਿੱਚ? ਸ਼੍ਰੀ ਯਾਰ ਪਤਾ ਕੀ ਹੈ, ਬਲੱਡ ਲਾਈਨ ਠੀਕ ਹੈ, ਬਲੱਡ ਲਾਈਨ ਉਹਨਾਂ ਦੇ ਸਾਰੇ 2 4 5 6 10 ਬਲੱਡ ਰਨ ਸਾਡੇ ਪਾਕਿਸਤਾਨ ਵਿੱਚ ਚੱਲਦੇ ਹਨ ਬਲੱਡ ਲਾਈਨਾਂ ਜਿਹੜੀਆਂ। ਠੀਕ ਹੈ, ਤੇਰੇ ਵਾਲੀ ਗੱਲ ਹੈ ਸਿਆਲਕੋਟੀ ਨੂੰ ਉਧਰ ਸਿਆਲਕੋਟ ਨਾਲ ਹਾਂਜੀ। ਦਿੱਤਾ, ਉਧਰ ਕਸੂਰੀ। ਹਾਂ ਬਿਲਕੁਲ, ਉਹ ਨਾਮਾਂ ਨਾਲ ਮਨਸੂਬ ਹੋ ਗਈ ਨਾ। ਅਸੀਂ ਜੈਨੂਅਨ ਗੱਲ ਕਰ ਰਹੇ, ਨਿਊਟਰਲ ਗੱਲ। ਬੇਸਿਕ ਕਬੂਤਰ ਦੇ ਪੁਆਇੰਟ ਭਾਵੇਂ ਜਿਹੜੀ ਦਿਲ ਬਲੱਡ ਲਾਈਨ ਹੋਵੇ, ਠੀਕ ਕਬੂਤਰ ਆਪਣੀ ਪਰਾਂ ਵਿੱਚ ਜਸਾਮਤ ਵਿੱਚ ਪੂਰਾ ਹੋਵੇ, ਕੋਈ ਬਲੱਡ ਲਾਈਨ। ਠੀਕ। ਦੇਖੋ ਤੁਸੀਂ ਸ਼ਬਰਾਤੀ ਆਪਣੇ ਕਬੂਤਰ ਬਣਾਏ ਨੇ, ਹਾਂਜੀ, ਤੁਸੀਂ ਆਪਣਾ ਨਾਂ ਰੱਖ ਲਿਆ। ਅਸਾਂ ਨਾਂ ਰੱਖ ਲਿਆ। ਕੋਈ ਸਾਹਿਬ ਸ਼ਰਮੀਲੇ ਬਣਾਏ, ਹਾਂਜੀ ਕੋਈ ਸ਼ਰਮੀਲਾ ਨਾਂ ਰੱਖ ਲਿਆ। ਬਿਲਕੁਲ। ਡੈਡੀ ਕਬੂਤਰ ਸਾਨੂੰ ਕਿਸੇ ਦੇ ਨਾਂ ਤੋਂ ਹੋ ਗਏ। ਕੀ ਖਿਆਲ ਹੈ?
ਫਿਰ ਸਵਾਲ ਹੈ ਕਿ ਬਲੱਡ ਲਾਈਨ ਦਾ ਲਫ਼ਜ਼ ਤੇ ਪਰਫਾਰਮੈਂਸ। ਬਲੱਡ ਲਾਈਨ ਕਬੂਤਰਾਂ ਦੀ ਹੈ, ਨਸਲ ਦੇ ਹੈ ਨਾ। ਹਾਂਜੀ ਠੀਕ ਹੈ। ਹੁਣ ਅੱਗੋਂ ਲਾਜ਼ਮੀ ਨਹੀਂ ਵੀ ਟੈਡੀ ਸਾਰੇ ਉੱਡਣਗੇ। ਬਿਲਕੁਲ ਆ ਬੁਰੇ ਵੀ ਅੱਛੇ ਬੁਰੇ ਹਰ ਨਸਲ ਦੇ ਵਿੱਚ ਹੁੰਦੇ। ਮੀਆਂ ਸਾਹਿਬ ਵਾਲੇ ਜਾਂ ਕਮੰਦਰਾਂ ਵਾਲੇ ਕਬੂਤਰ ਨੇ ਜਿਹੜੇ ਸਾਰੇ ਉੱਡਣਗੇ, ਨਹੀਂ ਉੱਡਦੇ। ਇਹ ਵੀ ਘਰ ਨੂੰ ਕਿੱਥੇ ਛੱਡਿਆ ਆਏ ਤਾਂ ਲਿਆਓ। ਪਰ ਚੈਂਪੀਅਨ ਬਲੱਡ ਜਿਹੜਾ ਨਾ ਉਹ ਅੱਗੋਂ ਚੈਂਪੀਅਨ ਜ਼ਰੂਰ ਦੇਗਾ। ਠੀਕ ਸਾਡੇ ਦੇ ਤਜਰਬੇ ਦੀ ਬਾਤ। ਉਹ ਪ੍ਰੈਕਟੀਕਲੀ ਕਹਿ ਰਹੇ ਹੋ ਨਾ ਤੁਸੀਂ? ਹਾਂ ਉਹੀ ਗੱਲ ਮੈਂ ਕਰ ਰਿਹਾ। ਨੇ ਆਪਣਾ ਸਾਬਤ ਕੀਤਾ ਹੋਵੇ ਜਿਹੜਾ ਚੈਂਪੀਅਨ ਹੋਇਆ ਹੋਵੇ ਅੱਗੋਂ ਉਹਦਾ ਬਲੱਡ ਜ਼ਰੂਰ ਚੈਂਪੀਅਨ ਦੇ। ਠੀਕ ਤੇ ਉਹ ਦੇਖੋ ਜਿਹੜਾ ਕਬੂਤਰ ਆਪਣੇ ਆਪ ਨੂੰ ਸਾਬਤ ਕਰਦਾ ਹੈ ਉਹ ਹੀ ਆਪਣੇ ਆਪ ਨੂੰ ਸਮਝ ਲਓ ਬਲੱਡੀਆਂ। ਰਾਜਾ ਸਾਹਿਬ ਕਬੂਤਰ ਦੇਖ ਰਹੇ ਸਨ ਕਿ 골ਡਨ ਕਬੂਤਰ ਤੁਸੀਂ ਕਹਿ ਰਹੇ ਹੋ, ਪਰਫਾਰਮੈਂਸ ਕਬੂਤਰ ਆਏ ਸੀ। ਮੈਂ ਦੇਖਣਾ ਨਹੀਂ ਪਿਆ, ਮੈਨੂੰ ਪਤਾ ਲੱਗ ਗਿਆ ਸੀ ਉਹ ਕਬੂਤਰ ਦੀ ਫਿਜ਼ੀਕ ਹਾਲੇ ਤੱਕ ਸਾਰਿਆਂ ਨਾਲ ਬਿਹਤਰੀਨ ਨਹੀਂ ਆਈ ਹੈ ਜਿਹੜਾ ਉਹ ਤੁਹਾਡਾ ਉੱਡਿਆ ਕਬੂਤਰ ਹੈ। ਹਾਂਜੀ ਜੀ ਰਾਜਾ ਸਾਹਿਬ ਹਾਂਜੀ, ਜਿਹੜਾ ਇੱਕ ਐਥਲੀਟ ਹੈ ਪਰਫਾਰਮਰ ਕਬੂਤਰ ਹੈ ਜਿਹੜਾ ਮੇਰੇ ਅੱਜ ਨੇ ਕਦੇ ਸਾਰੀ ਜ਼ਿੰਦਗੀ ਗੇਮ ਨਹੀਂ ਖੇਡੀ। ਹਾਂ ਤੇ ਸਾਡੇ ਜਿਸਮ ਲਾਓ ਜਿਹੜੇ ਅਗਰ ਪੁਆਇੰਟ ਵੀ ਉਹ ਪਰਫਾਰਮੈਂਸ ਤੇ ਆਉਂਦੇ ਉਹਦਾ ਸੋਨੇ ਦੇ ਸੁਹਾਗਾ ਬਿਹਤਰੀਨ ਚੀਜ਼ ਹੈ। ਅਗਰ ਤੁਸੀਂ ਉਹ ਸੇਲ ਪਰਚੇਜ਼ ਕਰਨਾ ਤੇ ਫਿਰ ਉਹ ਇੱਕ ਤੁਸੀਂ ਨਾਰਾ ਕਹਿ ਸਕਦੇ ਹੋ ਬਲੱਡ ਲਾਈਨ ਨੂੰ। ਤੁਹਾਡੇ ਜੇ ਦੋਸਤਾਂ ਦੀ ਰਾਏ ਦੋਸਤਾਂ ਵਾਸਤੇ ਬੜੀ ਮੁਕੱਦਮ ਹੈ ਤੇ ਦੋਸਤ ਬੜਾ। ਅਸੀਂ ਤਾਂ ਇੱਕੋ ਗੱਲ ਜਾਣਦੇ ਆ, ਕਬੂਤਰਬਾਜ਼ੀ ਨਾ ਹੈ ਵੀਰੇ ਮਿਹਨਤ ਦਾ। ਹਾਂਜੀ ਜਿਹਨੇ ਮਿਹਨਤ ਕਰਨੀ ਹੈ, ਜਿਹਨੇ ਆਪ ਧੁੱਪੇ ਸੜਨਾ ਹੈ, ਜਿਹਨੇ ਥੱਲੇ ਬਹਿਣਾ ਹੈ, ਠੀਕ। ਠੀਕ ਹੈ, ਉਹ ਨਹੀਂ ਸਭ ਕੁਝ ਉਹ ਨਹੀਂ ਹਾਸਲ ਉਹ ਬੰਦਾ ਬਿਹਤਰੀਨ ਆਕਾਸ਼ੀ ਕਰ ਸਕਦਾ ਸ਼ੌਕ ਦੇ ਵੀ। ਇਹ ਵੀ ਚੋਇਸ ਸਾਹਿਬ ਦੇ ਜੀ ਆਜ਼ਾਦ ਭਾਈ ਜਾਨ ਤੁਸੀਂ ਗੱਲ ਨੂੰ ਅੱਗੇ ਵਧਾਓ। ਹਾਂਜੀ ਸਾਰੀ ਸ਼ੌਕ ਕਰਦੇ ਨੇ ਪਏ। ਹਾਂਜੀ ਇਹ ਜਿਸ ਬੰਦੇ ਨੇ ਕਬੂਤਰਾਂ ਨੂੰ ਸਾਂਭਣਾ ਹੈ, ਉਹਨੇ ਹੀ ਕਾਮਯਾਬੀ ਹਾਸਲ ਕਰਨੀ ਹੈ। ਅਗਰ ਸੰਭਾਲ ਕਰਨ ਵਾਲਾ ਤੁਹਾਡੇ ਕੋਲ ਮੁਹਾਵਰਤ ਹੀ ਤੁਸੀਂ ਆਪ ਸੰਭਾਲ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਅੱਛਾ ਕਬੂਤਰ ਹੋਵੇ, ਜਿੰਨਾ ਮਰਜ਼ੀ ਅੱਛਾ ਦਾਣਾ ਪਾਣੀ ਹੋਵੇ, ਕੋਈ ਰਿਜ਼ਲਟ ਨਹੀਂ ਆਏਗਾ। ਠੀਕ ਕਬੂਤਰ ਨੂੰ ਸੰਭਾਲਣਾ, ਕਬੂਤਰ ਨੂੰ ਪਿਆਰ ਕਰਨਾ ਬਹੁਤ ਹੀ ਜ਼ਰੂਰੀ ਹੈ। ਸਾਡੇ ਐਸੇ ਭਾਈ ਸ਼ਾਗਿਰਦ ਨੇ ਜਿਹੜੇ ਕਿ ਕਬੂਤਰ ਅਗਰ 3 ਵਜੇ ਬੈਠਾ, ਜਿੰਨੀ ਦੇਰ ਤੱਕ ਭਾਵੇਂ ਰਾਤ ਦੇ 12 ਵਜ ਗਏ ਨੇ, ਕਬੂਤਰ ਫਿੱਟ ਹੋਇਆ, ਉਹਨੇ ਖੁਰਾਕ ਨੂੰ ਹਜ਼ਮ ਕੀਤਾ ਹੈ, ਖੁਰਾਕ ਚਲਾਈ ਹੈ ਤੇ ਫਿਰ ਉਹਨਾਂ ਕਬੂਤਰ ਨੂੰ ਛੱਡਿਆ। ਅਗਰ ਨਹੀਂ ਚਲਾਈ ਤੇ ਉਹ ਕਬੂਤਰ ਦੇ ਸਿਰ ਤੇ ਬੈਠੇ ਨੇ। ਤੇ ਕਈ ਐਸੇ ਵੀ ਅਸੀਂ ਮੁਹਾਵਰਤ ਦੇਖੇ ਨੇ, ਇਸ ਤਰ੍ਹਾਂ ਕਬੂਤਰ ਨੂੰ ਟੈਂਪਰੇਰੀ ਤੌਰ ਤੇ ਸਾਂਭ ਸੁੰਭ ਕੇ ਹੋ ਗਏ ਜੀ, ਮੇਰਾ ਟਾਈਮ ਹੋ ਗਿਆ ਜੀ, ਜਾਂ ਮੈਂ ਫਲਾਣਾ ਕੰਮ ਕਰਨਾ ਹੈ ਜੀ। ਹੁਣ ਸਾਡਾ ਸ਼ਾਨੀ ਹੈ ਜਿਹੜਾ ਸ਼ੌਕ ਕਰਵਾ ਰਿਹਾ, ਮੈਂ ਖੁਦ ਦੇਖਿਆ। ਇਹ ਭਾਵੇਂ ਰਾਤ ਦੇ 12 ਵਜੇ ਜਿਸ ਵਕਤ ਤੱਕ ਕਬੂਤਰ ਨੇ ਬਿਲਕੁਲ ਕਲੀਅਰ ਨਹੀਂ ਹੋਣਾ, ਇਹਨੇ ਕਬੂਤਰ ਦੀ ਜਾਨ ਨਹੀਂ ਛੱਡਣੀ। ਔਰ ਇਸ ਬਿਨਾ ਤੋਂ ਹੀ ਅਸੀਂ ਅਲਹਮਦੁਲਿਲਾ ਆਪਣੇ ਬੜੇ ਹਰੀਫਾਂ ਨੂੰ ਹਰਾਇਆ। ਤੇ ਇਸ ਵਾਸਤੇ ਕਬੂਤਰ ਦੀ ਸੰਭਾਲ ਬਹੁਤ ਜ਼ਰੂਰੀ ਹੈ। ਜਿਹੜਾ ਬੰਦਾ ਸਮਝਦਾ ਹੈ ਉਹ ਹੀ ਅਗਲੇ ਦਿਨ ਉਹਦੇ ਕੋਲੋਂ ਫਿਰ ਕੰਮ। ਗੁਜਰਾਤ ਸਾਹਿਬ ਨਹੀਂ ਬਾਤ ਆਈ ਹੈ, ਤੁਸੀਂ ਕਿਹਾ ਕਿ ਸੰਭਾਲ ਜਿਹੜਾ ਦੋਸਤ ਉਡਾਣਾ ਗੱਲ ਕੋਈ ਨਹੀਂ ਹੈ। ਜਿਹੜਾ ਦੋਸਤ ਸੰਭਾਲਣਾ ਜਾਂ ਮਤਲਬ ਕਿ ਸੈਂਚਰੀ ਮਾਰਦਾ ਉਹ ਯਕੀਨੀ ਤਾਂ ਉਹਦੀ ਸੰਭਾਲ ਅੱਛੀ ਹੁੰਦੀ ਹੈ। ਅਗਰ ਇਹਦੇ 2 ਸੈਂਚਰੀਆਂ ਵੱਜੀਆਂ ਨਾ ਕੋਈ ਲੰਮਿਆ ਪੈ ਗਿਆ ਤੇ ਉਹ ਸਮਝੋ ਕਿ ਉਹਦਾ ਫਾਲਟ ਆ ਗਿਆ। ਤੇਰਾ 7:30 8 ਵਜੇ ਬਹਿੰਦਾ ਪਿਆ, ਦੂਸਰੇ ਦਿਨ 10 ਵਜੇ ਬਹਿ ਗਿਆ, ਕਿਉਂ? ਨਸਲ ਤੇ ਹੈ ਉਹਦੇ ਚ ਉੱਡਦਾ। ਬਿਲਕੁਲ ਆ ਬਲੱਡ ਲਾਈਨ ਵੀ ਸਾਰਾ ਕੁਝ। ਹਾਂਜੀ ਕਿਉਂ ਸਾਜੀ? ਹਾਂਜੀ ਅੱਜ 8 ਵਜੇ ਬੈਠਾ ਹੈ, ਉਹ ਕਮੀ ਆਈ, ਦੂਸਰੇ ਦਿਨ 10 ਵਜੇ ਬੈਠਾ ਹੈ, ਕਿਉਂ? ਪਰਵਾਜ਼ ਦੇ ਉਹਦੇ ਚ ਹੈ, ਕਮੀ ਆਈ ਉਹਦੀ ਸੰਭਾਲ ਦੀ। ਉਹਦੀ ਸੰਭਾਲ 'ਚ ਫਰਕ ਆਇਆ। ਹਾਂਜੀ ਕੋਈ ਕਬੂਤਰ 8 ਵਜੇ ਬਹਿੰਦਾ ਪਿਆ, ਉਹੀ ਕਬੂਤਰ 10 ਵਜੇ ਬਹਿ ਗਿਆ, ਕਿਉਂ ਬੈਠਾ ਹੈ? ਨਸਲ ਤੇ ਮਾੜਾ ਨਹੀਂ। ਹਾਂ ਬਿਲਕੁਲ ਪੁਆਇੰਟ ਵੀ ਸਾਰਾ ਕੁਝ ਉਹਨਾਂ ਦੇ ਪੂਰੇ ਉਹੀ ਚੀਜ਼ ਹੈ। ਅਸਲ ਵਿੱਚ ਪਤਾ ਕਿ ਅਸ਼ਵਾਕ ਅੱਜ ਕੱਲ ਦੌਰ ਐਸਾ ਆਇਆ, ਹਰ ਬੰਦਾ ਸ਼ਾਰਟਕਟ 'ਚ ਹੈ। ਹਾਂਜੀ ਸਾਡੇ ਉਸਤਾਦ ਜੀ 200 ਸ਼ਾਗਿਰਦ ਹੈ, ਕਿਸੇ ਕਦੇ ਨਹੀਂ ਪੁੱਛਿਆ ਵੀ ਉਸਤਾਦ ਜੀ ਸੰਭਾਲੀਏ ਕਿ ਦਿੰਦੇ ਕਿ ਉਹ ਆਉਂਦੇ ਨੂੰ ਕਿੰਜ ਕਰਨਾ ਹੈ। ਬਸ ਇਹ ਪੁੱਛਦੇ ਨੇ ਕਿਹੜੀ ਦਵਾਈ ਦੀ, ਉਹ ਮਜੂਨ ਕਿਹੜੀ ਹੈ, ਉਹ ਪਾਣੀ ਕਿੱਕਣ ਬਣਦਾ, ਥੋੜੇ ਦੱਸ ਦਿਓ। ਇਹ ਹੀ ਪੁੱਛਦੇ। ਕੰਮ ਸਾਰਾ ਸੰਭਾਲਦਾ ਹੈ। ਹਾਂਜੀ ਇਹ ਗੱਲ ਹੈ ਉਸਤਾਦ ਜੀ, ਤੁਸੀਂ ਅੱਗੇ ਉਡਾਉਂਦੇ ਹੋ। ਸਾਂਭ ਤੇ ਸਾਰੀ ਗੱਲ ਜਿੰਨੇ ਤਿਆਰ ਕਬੂਤਰ ਹੋਵੇ ਜਿਹੜਾ ਪੂਰਾ ਜਨਾਬ ਜਿੰਨੀ ਖੁਰਾਕ ਤੁਹਾਨੂੰ ਚਾਹੀਦੀ ਉਨੀ ਉਹ ਖਿੱਚਦਾ ਕਬੂਤਰ ਫਰੈਸ਼, ਉਹਨੂੰ ਇਹ ਗਰਮ ਮਸਾਲੇ ਦੀ ਪੂੜੀ ਘੋਲ ਕੇ ਪਾਣੀ ਪਿਆ ਦਿਓ ਤੇ ਉਹ ਵੀ ਉਡਾਉਂਦਾ। ਠੀਕ ਹੈ। ਤੇ ਜੇ ਨਹੀਂ ਤਿਆਰ ਉਹਨੂੰ ਕਸਤੂਰੀਆਂ ਅੰਬਰ ਜੋ ਦੇ ਲਓ। ਇਹ ਵੀ ਉਸਤਾਦ ਜੀ ਦੇ ਵਿੱਚ ਵੀ ਸਵਾਲ ਹੈ ਕਬੂਤਰ ਦੀ ਬਣਾਵਟ। ਜਿਹੜੇ ਮਾਸ਼ਾਅੱਲਾ ਪੰਜਾਬ ਦੇ ਵਿੱਚ ਅੱਛੇ ਉਸਤਾਦ ਕਾਰੀਗਰ ਇਸ ਬੰਦੇ ਨੇ ਉਹ ਕਬੂਤਰ ਬਣਾਉਣਾ ਜਾਣਦੇ ਨੇ।
ਉਹਦੇ ਬਰਕਸ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਕੋਈ ਚੰਦ ਪਰਵਾਦਾ ਦਿੰਦੇ ਨੇ, ਉਸ ਤੋਂ ਬਾਅਦ ਉਹ ਫਲਾਪ ਹੋ ਜਾਂਦੇ ਨੇ। ਉਹਨਾਂ ਕਬੂਤਰ ਦੀ ਮੇਨਟੇਨੈਂਸ ਪਰਫੈਕਸ਼ਨ ਇੰਨੀ ਨਹੀਂ ਰਹਿੰਦੀ। ਜਿਹਨੂੰ ਐਕਸਪੀਰੀਅੰਸ ਹੋਏਗਾ, ਜਿਹਨੂੰ ਤਜਰਬਾ ਹੋਏਗਾ, ਉਹੀ ਉਹ ਕਬੂਤਰਾਂ ਨੂੰ ਫਿਰ ਪਰਫਾਰਮੈਂਸ ਲਏਗਾ। ਤੇ ਜਿਹਨੂੰ ਤਜਰਬਾ ਨਹੀਂ ਹੈ ਉਹ ਇੱਕ ਅੱਧੀ ਪ੍ਰਵਾਸ ਤੇ ਲੈ ਲੇਗਾ, ਉਸ ਤੋਂ ਬਾਅਦ ਫਿਰ ਡਾਊਨ ਹੋ ਜਾਏਗਾ। ਹੁਣ ਅਗਲੀ ਸਰ ਗੱਲ ਆ ਗਈ ਹੈ ਕੀਮਿਆਗਰੀ। ਕੀਮਿਆਗਰੀ ਹਾਂਜੀ, ਮਾਸ਼ਾਅੱਲਾ ਤੁਸੀਂ ਪਾਕਿਸਤਾਨ ਫਿਰਿਆ ਤਕਰੀਬਨ ਉਸਤਾਦੇ ਮੁਹਤਰਮ ਜਿਹੜੇ ਬੰਦੇ ਨੇ ਨਾ, ਮੌਜੂਦਾ ਦੌਰ ਹੀ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਬੰਦਾ ਜਾਣਦਾ ਹੈ। ਮੇਰੇ ਖਿਆਲ ਨਾਲ ਭੇਦ ਹੀ ਇੱਕ, ਜਾਂ ਕੋਈ ਵੱਟ ਕੇ ਦੇ ਲੈਂਦਾ, ਕੋਈ ਪਾਣੀ ਹੀ ਖੋਰ ਲੈਂਦਾ ਹੈ, ਕਿਉਂ ਜੀ, ਕੋਈ ਕੁਸ਼ਤਾ ਬਣਾ ਲੈਂਦਾ। ਇੱਕ ਚੀਜ਼ ਗੁਰੰਗ ਹੀ ਬਦਲੇ ਨੇ। ਇਹਦੀ ਤੁਹਾਡੀ ਕੀ ਰਾਏ ਵੇ? ਜਰਾ ਕਿਆ ਵਾਕਈ ਇਹ ਫੀਲਡ ਕੀਮਿਆਗਰੀ ਹੈ ਵੇ? ਕੀਮਿਆਗਰੀ ਫੀਲਡ ਹੈ ਸਾਜੀ। ਮੇਰੀ ਕਿਉਂ ਉਮਰ ਜੀ? 53 ਸਾਲ ਹੈ। ਇਹ 10-15 ਸਾਲਾਂ 'ਚ ਕਬੂਤਰ ਹੱਥਾਂ ਦੇ ਗਏ। ਹਾਂਜੀ, ਸਾਡੇ ਵੇਲੇ ਬਿਲਕੁਲ। ਉਸਲੇ ਕਿਹੜੇ ਕਬੂਤਰ 2-3 ਵਜੇ ਕਬੂਤਰ ਪੈਂਦੇ ਸੀ। ਨਹੀਂ ਬਲਕਿ ਹਾਂਜੀ 12-1 ਤੁਹਾਡਾ ਇਲਾਕੇ ਦਾ ਐਂਡ ਹੋਇਆ ਹੁੰਦਾ ਸੀ। 12-1-2 ਕੋਈ ਕਬੂਤਰ 4 ਵਜੇ ਪੈਂਦਾ ਸੀ, ਲੋਕ ਵੇਖਣ ਆਉਂਦੇ ਸੀ। ਬਿਲਕੁਲ ਸਮਝ ਗਏ। ਇਸ ਵਕਤ ਕੀਮਿਆਗਰੀ ਦਾ ਇਹ ਹਿਸਾਬ ਹੈ ਵੀ ਅਸੀਂ ਉਸਤਾਦ ਜੀ 1050 ਘੰਟਾ ਬਣਾਇਆ ਹੈ ਇਸ ਸਾਲ। 1050 ਘੰਟਾ ਪੰਜਾਬ ਦੇ ਛੱਡੋ, ਜੇਲ੍ਹ ਦੇ ਕਿਸੇ ਕਾਬ 'ਚ ਨੰਬਰਾਂ 'ਚ ਨਾ ਆਏ। ਹਾਂ, 1050 ਲੋਕਾਂ ਕੋਲ ਆ ਗਈ ਹੈ ਤੇ ਅਸੀਂ 1050 ਘੰਟੇ ਨਾਲ ਨੰਬਰਾਂ 'ਚ ਨਾ ਆਏ। ਇਹਦਾ ਰਾਜਾ ਸਾਹਿਬ ਕ੍ਰੈਡਿਟ ਕੀ ਹੈ? ਸੋਸ਼ਲ ਮੀਡੀਆ ਨੂੰ ਜਾ ਰਿਹਾ ਜਾਂ ਅਵੇਅਰਨੈਸ ਆ ਗਈ ਲੋਕਾਂ ਲੋਕਾਂ ਨੂੰ? ਦੀ ਐਫਰਟ ਹੈ, ਅਵੇਅਰਨੈਸ ਆ ਗਈ ਹੈ। ਲੋਕਾਂ ਨੇ ਅੱਗੇ ਬੰਦੇ ਸਨ, ਸਾਡੇ ਲੋਕਲ ਬੰਦੇ ਸਨ, ਹਾਂਜੀ। ਭਾਜੀ ਪੜ੍ਹੇ ਲਿਖੇ ਬੰਦੇ ਵੀ ਆਏ। ਬਿਲਕੁਲ ਉਹ ਆਪਣੂ ਬੇੜਾ ਗਰਕ ਹੋ ਜਾਏ ਨਾ ਗੋਰਿਆਂ ਦਾ। ਇਹਨਾਂ ਨੈਟਾਂ ਦੇ ਹਰਸ਼ਾ ਦੇ ਛੱਡੀ ਗਈ ਜਰਮਨੀ ਵਾਲਿਆਂ ਦਾ। ਨਾ ਜੀ, ਪੂਰੀ ਦੁਨੀਆ ਦਾ ਉਹਨਾਂ ਨੈਟਾਂ ਦੇ ਛੱਡੀ ਹਰਸ਼ਾ। ਸਾਰੀ ਦਿਹਾੜੀ ਬੱਚੇ ਬੈਠ ਕੇ ਨੈਟ ਫਲੋਰ ਕੇ, ਗਰਮੀ ਐਤਨੀ, ਟੈਂਪਰੇਚਰ ਐਤਨਾ, ਤੁਸੀਂ ਮਾਰੋ ਹਰਸ਼ਾ ਕੱਢ ਕੇ ਰੱਖ ਦੇਣਗੇ। ਦਵਾਈ ਇਸਤੇਮਾਲ ਕਰੋ। ਇਹ ਰਾਜਾ ਸਾਹਿਬ ਤੁਹਾਡੇ ਇਲਾਕੇ ਦੀ ਗੱਲ ਕਰਨਾ, ਇੱਕ ਵਕਤ ਸੀ ਸੈਂਟਰ ਮੰਗੋਲੀ ਲੋਕ ਨਾ ਲੈ ਕੇ ਸਟੋਰਾਂ 'ਚ ਭੱਜੇ ਫਿਰਦੇ ਹਨ। ਲੱਭਦੀ ਕੋ ਨਹੀਂ ਹੁੰਦੀ ਤੇ ਲੱਭਦੀ ਨਾ। ਸਾਡੀ ਗੱਲ ਕਰਨਾ ਪੈਸਾ ਦਿੱਤੀ ਕਿਸੇ ਨੂੰ ਲੋਕ ਜਨਰਲ ਗੱਲ ਕਰ ਰਿਹਾ। ਵਾਪਸ ਆ ਗਈ। ਉਹ ਕਿਸੇ ਬੰਦੇ ਨੇ ਦਿੱਤੀ ਜਨਾਬ, ਕਿਸੇ ਨੇ ਬਹਾਨੇ ਨਾਲ ਲਈ ਵੀ ਕਿਹੜੀ ਗੋਲੀ। ਅੱਛਾ, ਉਹ ਤੁਹਾਡੇ ਕੋਲ ਗਈ, ਤੁਹਾਡੇ ਕੋਲ ਉਧਰ ਗਈ, ਉਧਰੋਂ ਗਈ, ਉਧਰੋਂ ਮੇਰੇ ਕੋਲ ਆ ਗਈ। ਹਾਂ। ਮੈਂ ਕਿਹਾ ਗੋਲੀ ਦਾ ਤਾਂ ਪਤਾ ਲੱਗਾ। ਪਛਾਣ ਲਈ ਕਿ ਤੂੰ ਹਾਂਜੀ ਕਹਿੰਦਾ ਜੀ ਰਾਜ ਕਾਕੀ ਹਾਲੀ ਹੈ। ਮੈਨੂੰ ਨਾ ਅੱਗੇ ਜੀ ਉਹ ਪਤਾ ਲਵਾਣੇ ਵਾਸਤੇ ਇਹ ਗੋਲੀ ਕਿਹੜੀ ਹੈ। ਅੱਗ ਚੋਖੇ ਸੁੰਘਦੇ ਰਹੇ, ਵੇਖ ਚੱਖਦੇ ਰਹੇ ਕੀ ਚੀਜ਼ ਆਵੇ। ਕਿਉਂ ਰਾਜ ਸਾਹਿਬ ਜਿਹੜੀ ਇਹ ਥੋੜਾ ਪਿੱਛੇ ਕਰੋ ਤਾਂ ਇਹਨੂੰ, ਇੱਥੇ ਲਾ ਜਾਓ ਨਾਲ। ਬਾਜੀ ਕਬੂਤਰ ਬਹੁਤ ਹੈ। ਜਾ ਪਿੱਛੋਂ ਕੇ ਆਉਂਦੇ ਇਹ ਜਨਾਬ ਅਸੀਂ 30 ਤਰੀਕ ਕਬੂਤਰ ਸਿਲੈਕਟ ਕਰਕੇ ਤੇ ਫਿਰ ਵੇਚਣਾ। ਸਾਹਿਬ ਆਲੂ ਇਧਰ ਇੱਧਰ ਵੀ ਸਾਹਿਬ ਨੂੰ ਵੀ ਗੱਲ ਪੁੱਛਣਾ। ਉਹ ਸ਼ਰਮੀਲੇ ਨੇ ਮੈਨੂੰ ਪਤਾ। बात जी माशाल्लाह अच्छे खिलाड़ी ने ताज साहब शुक्रिया। ਕਰੋ ਇਹਦੀ ਨਹੀਂ, ਮੈਂ ਸਾਰਿਆਂ ਨੂੰ ਜੋ ਸਵਾਲ ਕਰ ਰਿਹਾ, ਜਿਹੜਾ ਰਾਜਾ ਸਾਹਿਬ ਨੇ ਨਹੀਂ ਕਰ ਰਿਹਾ। ਕਿਉਂ ਜੀ ਭਾਈ ਅਦਰਮਾਨ ਸਾਹਿਬ, ਮੈਂ ਉਸਤਾਦ ਦੇ ਕਈ ਸਾਰੇ ਕਾਬਲ ਸ਼ਖਸੀਅਤ ਬੈਠੀਆਂ ਨੇ। ਤੇ ਜ਼ਾਹਰੀ ਗੱਲ ਹੈ, ਤੁਹਾਨੂੰ ਸੋਸ਼ਲ ਮੀਡੀਆ ਦਾ ਦੌਰ ਹੈ, ਦੋਸਤ ਅੱਛੀ ਤੋਂ ਅੱਛੀ ਗੱਲ ਸੁਣਦੇ ਨੇ। ਵੇਖੀਏ ਕਿਹੜੇ ਨੰਬਰਾਂ ਦੀਆਂ ਕਿਹੜੇ। ਮੈਂ ਸਵਾਲ ਕੀਤਾ ਸੀ ਕੀਮਿਆਗਰੀ। ਕਬੂਤਰ ਲੈਣੇ ਸੀ। ਤੁਸੀਂ ਦੇਖੇ ਨੇ ਜਿਹੜੇ ਕਾਬਲ ਬੰਦੇ ਨੇ, ਦੀ ਫਿਟਨੈਸ ਵੇਖ ਉਹਨਾਂ ਦੀ ਕੀਮਿਆਗਰੀ ਜ਼ਰੂਰ ਰਾਤ ਹੈ ਵੇ, ਜੇ ਕੋਈ ਮੰਨੇ ਤੇ ਨਾ ਮੰਨੇ। ਲਿਆਂਦੇ ਨੇ ਸਾਰਿਆਂ ਸਾਨੂੰ ਰਿਜ਼ਲਟ। ਦੇਖੋ ਪਹਿਲੇ ਤੇ ਸਾਂਭ ਹੈ, ਹਾਂਜੀ ਜਿੰਨੇ ਅੱਛੀ ਸਾਂਭ ਕਰਨੀ ਹੈ ਉਹਦੇ ਅੱਛੇ ਕਬੂਤਰ ਹੋਣੇ। ਠੀਕ। ਪਹਿਲਾ ਪੁਆਇੰਟ ਹੈ ਚੈੱਕ ਕਬੂਤਰ, ਉਸ ਤੋਂ ਬਾਅਦ ਅੱਛੀ ਸਾਂਭ, ਉਸ ਤੋਂ ਬਾਅਦ ਫਿਰ ਕੀਮਿਆਗਰੀ ਦਾ ਤੀਸਰਾ ਮਰਹਲਾ ਹੈ। ਅਗਰ ਤੁਹਾਡੇ ਕੋਲ ਪਹਿਲੇ 2 ਪੁਆਇੰਟ ਨਹੀਂ ਹੈ, ਤੀਜਾ ਤੁਹਾਡੇ ਜੋ ਵੀ ਉਹ ਖਾਲੀ ਕੀਮਿਆਗਰੀ ਨਹੀਂ, ਅਸਲ ਅੱਛੇ ਕਬੂਤਰ ਤੇ ਅੱਛੀ ਸਾਂਭ ਨਹੀਂ ਹੈ। ਸਭ ਤੋਂ ਪਹਿਲਾਂ ਵੀਰੇ ਰਿਹਾਇਸ਼ ਘਰ ਕਬੂਤਰਾਂ ਦਾ। ਠੀਕ ਹੈ ਕਿਉਂ ਉਸਤਾਦ ਜੀ? ਬਿਲਕੁਲ ਜੀ। ਘਰ ਹੋਵੇਗਾ, ਉਸ ਤੋਂ ਬਾਅਦ ਇੱਕ ਮਹੀਨਾ ਉਡਾਣਾ ਹੁੰਦਾ ਅਸਾਂ ਫਿੱਟਾਂ ਦਾ। 1 ਮਹੀਨਾ ਹੁੰਦਾ ਬਾਜ਼ੀਆਂ ਦਾ। ਪਿਛਲੇ 10 ਮਹੀਨੇ ਜਿਹਨੇ ਸਾਂਭ ਕਰਕੇ ਕਬੂਤਰ ਲਿਆਉਣੇ ਨੇ ਉਸੇ ਦੀ ਹੋ ਗਿਆ। ਬਿਲਕੁਲ। ਤੇ ਜਿਹੜਾ 10 ਮਹੀਨੇ ਉਸਤਾਦ ਜੀ ਕੋਠੇ ਤੇ ਨਾ ਚੜਿਆ, ਮੁਲਾਜ਼ਮਾਂ ਦੇ ਸਿਰੋਂ ਕਬੂਤਰ ਛੱਡ ਦੇਵੇ। ਆ ਦਾਣਾ ਪਾਣੀ ਕੀ ਗੱਲ ਹੈ? ਹਾਂਜੀ ਬਿਲਕੁਲ। ਕਬੂਤਰ ਨੂੰ ਇਹ ਬੜੀ ਔਖੀ ਫੀਲਡ ਹੈ ਵੀਰ। ਮਤਲਬ ਪ੍ਰੈਕਟੀਕਲ ਦਾ ਕੰਮ ਹੈ ਇਹ, ਗੱਲਾਂ ਬਾਤਾਂ ਦਾ ਕੰਮ ਨਹੀਂ। ਤਜਰਬੇ ਦੀ ਸਭ ਤੋਂ ਜ਼ਿਆਦਾ ਅਹਿਮੀਅਤ ਹੈ। ਜਿੰਨੇ ਤੁਸੀਂ ਚਾਹੇ ਅਸੀਂ ਖੁਦ ਕਬੂਤਰਬਾਜ਼ੀ ਸਾਂਭ ਕਰੀਏ, ਚਾਹੇ ਸ਼ਾਗਿਰਦਾਂ ਕੋਲੋਂ ਕਰਾਈਏ, ਇਹ ਤਜਰਬਾ ਹੋਣਾ, ਐਕਸਪੀਰੀਅੰਸ ਹੋਣਾ, ਫਿਰ ਹੀ ਜਾ ਕੇ ਕਾਮਯਾਬੀ ਮਿਲਦੀ। ਉਸ ਤੋਂ ਬਗੈਰ ਸਵਾਲ ਜਵਾਬ ਹੀ ਭਾਵੇਂ ਨੇ। ਕੋਈ ਕਿਸੇ ਨੂੰ ਲਿਖ ਕੇ ਜਿੰਨਾ ਮਰਜ਼ੀ ਨੋਟੇਸ਼ਨ ਲਿਖ ਕੇ ਦੇ ਦੇਵੇ, ਨਹੀਂ, ਜਿੰਨੀ ਦੇਰ ਤੱਕ ਤਜਰਬਾ ਨਹੀਂ ਹੋਣਾ। ਸਵੇਰ ਉਡਾਣ ਲੱਗਿਆ ਪੋਰਟ ਦੀ ਕੀ ਕੰਡੀਸ਼ਨ ਹੈ, ਰਾਤ ਨੂੰ 10 ਵਜੇ ਪੋਰਟ ਦੀ ਕੀ ਕੰਡੀਸ਼ਨ ਹੈ,
ਕਬੂਤਰ ਨੇ ਦਾਣਾ ਕਿਸ ਤਰ੍ਹਾਂ ਚੁਗਿਆ, ਕਿਸ ਤਰ੍ਹਾਂ ਖਾਧਾ ਹੈ, ਇਹ ਸਾਰੀਆਂ ਚੀਜ਼ਾਂ ਦੀ ਬਹੁਤ ਅਹਿਮੀਅਤ ਹੈ। ਕਿੰਨਾ ਪਾਣੀ ਦੇਣਾ ਉਡਾਨ ਲੱਗਿਆ, ਕਿੰਨਾ ਪਾਣੀ ਦੇਣਾ ਰਾਤ ਨੂੰ, ਇਹ ਸਾਰੀਆਂ ਸ਼ੈਵਾਂ ਦੀ ਬੜੀ ਅਹਿਮੀਅਤ ਹੈ। ਇਹ ਜਿਸ ਬੰਦੇ ਨੂੰ ਫਿਰ ਐਕਸਪੀਰੀਅੰਸ ਹੋ ਜਾਂਦਾ ਉਹਦੇ ਵਾਸਤੇ ਮੇਰੇ ਗੇਮ ਬਹੁਤ ਸੌਖੀ ਹੋ ਜਾਂਦੀ ਹੈ, ਬੜੀ ਈਜ਼ੀ ਹੋ ਜਾਂਦੀ ਹੈ, ਜਿਹਨੂੰ ਤਜਰਬਾ ਹੋ ਜਾਂਦਾ ਹੈ। ਤੇ ਜਿਹਨੂੰ ਤਜਰਬਾ ਨਹੀਂ ਹੁੰਦਾ ਉਹ ਅੰਦਾਜ਼ੇ ਟੋਟਕਿਆਂ 'ਚ ਹੀ ਰਹਿੰਦਾ। ਤੇ ਕਿਸੇ ਚੀਜ਼ ਦੇ ਉੱਤੇ ਠਹਿਰਾਓ ਕਰਨਾ, ਉਹਦੇ ਤੇ ਯਕੀਨ ਕਰਨਾ ਹੈ ਬੜੀ ਉਹੀ ਗੇਮ ਹੁੰਦੀ ਹੈ। ਤੁਸੀਂ ਕਿਸੇ ਦੂਸਰੀ ਛੱਤ ਤੇ ਕਰਦੇ ਹੋ ਤੇ ਕਬੂਤਰ ਨਹੀਂ ਹੁੰਦੇ, ਉਹੀ ਗੇਮ ਤੁਸੀਂ ਕਿਸੇ ਹੋਰ ਛੱਤ ਤੇ ਕਰਦੇ ਹੋ ਤੇ ਕਬੂਤਰ ਸ਼ਾਮ ਤੱਕ ਉੱਡਦੇ ਨੇ। ਇਹ ਸਾਰੀ ਤਜਰਬੇ ਦੀ ਬਾਤ ਹੈ, ਕਿਉਂਕਿ ਜਿਸ ਬੰਦੇ ਨੇ ਕਬੂਤਰ 3-4 ਵਜੇ ਪਾਣੀ ਦੇਣਾ ਹੈ, ਜਿਹਨੇ ਝੰਡੀ ਮਾਰਨੀ ਹੈ, ਇਹ ਉਹਦੇ ਐਕਸਪੀਰੀਅੰਸ ਦਾ ਬਹੁਤ ਜ਼ਿਆਦਾ ਐਡਵਾਂਟੇਜ ਮਿਲਦਾ ਹੈ। ਕੋਈ ਵੀ ਛੱਤ ਜਿਹੜੀ ਕਾਮਯਾਬ ਹੋਈਆਂ ਨੰਬਰਾਂ 'ਚ ਹੋਏਗੀ, ਉਹਦਾ ਥੱਲੇ ਜਿਹੜਾ ਮੁਹਾਵਤ ਹੋਏਗਾ ਨਾ, ਉਹਦਾ ਤਜਰਬਾ ਬਹੁਤ ਹੋਏਗਾ। ਇਹ ਗੱਲ ਬਿਲਕੁਲ ਐਸੀ ਨਹੀਂ ਹੋ ਸਕਦੀ ਕਿਉਂਕਿ ਭਾਜੀ ਹੁਣ ਇੱਕ ਮੈਂ ਇਹਨਾਂ ਨੂੰ ਦੱਸ ਦਿਆਂ, ਇਸ ਵਕਤ ਕਮ ਅਜ਼ ਕਮ 400 ਛੱਤ ਪੰਜਾਬ ਦੇ ਅੰਦਰ ਲੱਗ ਚੁੱਕੀ ਹੈ ਜਿਨ੍ਹਾਂ ਨੇ ਬਾਜ਼ੀਆਂ ਲਾਈਆਂ, ਜਿਹੜਾ ਮੇਰਾ ਅੰਦਾਜ਼ਾ ਹੈ 400 ਛੱਤ ਹੈ। ਬਿਲਕੁਲ ਹੁਣ ਗਲਤੀ ਕਿੱਥੇ ਹੁੰਦੀ ਹੈ, 400 ਨੇ ਐਵੇਂ ਤੇ ਬਾਜ਼ੀ ਨਹੀਂ ਲਾ ਛੱਡੀ, ਸਾਰਿਆਂ ਨੇ ਚੋਟੀ ਦੇ ਕਬੂਤਰ ਰੱਖੇ ਨੇ। ਬਿਲਕੁਲ ਸਿਰਫ ਕੀ ਹੋਵੇਗਾ, ਉਹਨਾਂ ਦੀ ਇੱਕ ਤੇ ਆ ਜਾਂਦੇ ਸਾਰਿਆਂ ਤੋਂ ਪਹਿਲਾਂ ਵੱਡਾ ਫਰਕ ਕੀ ਹੁੰਦਾ ਹੈ, ਬੰਦਾ ਕਹਿੰਦਾ ਮੈਂ ਬੱਚਾ ਗਜਾਇਆ ਸੀ, ਬੜਾ ਪਾਕਟ ਹੋਇਆ, ਘਰ ਬਹਿੰਦਾ ਸੀ, ਫਿੱਟਾਂ ਮਾਰੀਆਂ, ਨੇਰੀਆਂ ਝਖਣਾ ਵੀ ਆਇਆ, ਜੂੰ ਜੇਠ ਆਇਆ ਉਹ ਦੂਸਰੀ ਤੀਸਰੀ ਉਡਾਰੇ ਲਗਾ ਗਿਆ। ਪਹਿਲਾ ਨੰਬਰ ਲੋਕਾਂ ਨੂੰ ਮੌਸਮ ਦੇ ਹਿਸਾਬ ਨਾਲ ਜੋ ਉਹਨੂੰ ਖਿਲਾਣਾ ਪਿਆਣਾ ਲੋਕਾਂ ਨੂੰ ਨਹੀਂ ਪਤਾ। ਭਾਈ ਅਜ਼ਰ ਕੋਲ ਕਿਸੇ ਸੁਣ ਲਿਆ ਵੀ ਜ਼ੈਤੂਨ ਦਾ ਤੇਲ ਹਾਂਜੀ, ਹਾਂਜੀ, ਪਾਣ ਛੱਡਿਆ, ਸਹੀ ਸ਼ਾਹਰਾਂ ਨੇ ਆਪ ਛੱਡਿਆ ਮੈਂ ਘਿਓ ਪਾਣਾ, ਉਹ ਘਿਓ ਪਾ ਛੱਡਿਆ। ਭਾਜੀ ਉਹਨੂੰ ਖਵਾਣਾ ਜਿਸਲੇ ਉਹ ਅੰਦਰ ਹੀ ਬਰੂਦ ਬਣੇ ਹੁੰਦੇ ਨੇ, ਉਹ ਜੂੰ ਨਿਕਲਦੇ ਜਾਂਦੇ ਨੇ ਉਸਤਾਦ ਜੀ ਅਲਾ ਕਰ ਉਹ ਜਾਂਦੇ। ਖੁੱਡਿਆਂ ਦੇ ਅੰਦਰ ਹੀ ਬਰੂਦ ਬਣੇ ਹੁੰਦੇ ਨੇ। ਉਹ ਫਿਰ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢਦੇ ਹੋ ਉਹ ਫਿਰ ਝੜਦੇ ਨੇ ਉੱਤੋਂ ਕਬੂਤਰ। ਬੰਦਾ ਫਿਰ ਕਹਿੰਦਾ ਉੜਦਾ ਬੜਾ ਨਹੀਂ ਮੈਂ ਆਇਆ। ਪਹਿਲੇ ਬੜਾ ਉੱਡਦਾ ਸੀ। ਰਾਜਾ ਸਾਹਿਬ ਸਵਾਲ ਹੈ ਕਿ ਇਹ ਬੜਾ ਟਿਪੀਕਲ ਸਵਾਲ ਹੈ। ਚਲੋ ਮੀਡੀਆ ਪਰਸਨ ਵੀ ਜ਼ਿਆਦਾਤਰ ਵਿਚਾਰੇ ਉਹ ਪ੍ਰੈਕਟੀਕਲ ਤੇ ਹੈ ਕੋ ਨਹੀਂ, ਐਵੇਂ ਗੱਲ ਕਰ ਛੱਡਦੇ ਨੇ ਜੋ ਗੱਲਬਾਤ। ਇਹ ਤਿੰਨਾਂ ਉਸਤਾਦਾਂ ਨੂੰ ਮੇਰਾ ਸਵਾਲ ਹੈ, ਸਖਤ ਗਰਮੀ 'ਚ ਟੈਂਪਰੇਚਰ ਡਿਗਰੀ ਦੇ ਵਿੱਚ 45 ਪਲੱਸ ਤੇ ਹਾਂਜੀ ਇਹ ਬੜਾ ਮਤਨਾਜ਼ਾ ਸਵਾਲ ਹੈ। ਇੱਕ ਬੜੇ ਦੋਸਤ ਕਹਿੰਦੇ ਨੇ ਕਿ ਰੈਸ਼ ਹੋਣੀ ਚਾਹੀਦੀ ਹੈ ਖੁਰਾਕ 'ਚ, ਕਈ ਕਹਿੰਦੇ ਪਲਟਾ ਕੇ ਉਡਾਉਂਦੇ ਨੇ। ਯਾਰ ਪਤਾ ਕੀ ਹੈ, ਤੁਹਾਡਾ ਪ੍ਰੈਕਟੀਕਲ ਕੀ ਕਹਿਣਾ ਤਜਰਬਾ? ਹਰ ਬੰਦੇ ਦਾ ਇੱਕ ਆਪਣਾ, ਮੈਂ ਕਬੂਤਰ ਨੂੰ ਤੁਸੀਂ ਮੈਂ ਹੁਣ ਸਾਰੀ ਫਿੱਟਾਂ ਪੂਰੀਆਂ ਉਸकी ਰੈਸ਼ ਦੇ ਸਮੇਤ ਉਡਾਣਾ। ਪਹਿਲਾ ਨੰਬਰ ਰੈਸ਼ ਕਿਉਂ ਹੋਵੇ, ਹਾਂਜੀ ਮੰਦੂ ਇਹ ਦੱਸ ਛੱਡ। ਹਾਂਜੀ ਟੈਂਪਰੇਚਰ ਮੈਂ ਡਿਗਰੀ ਕਰ ਨਵੀਂ ਮੇਰੀ ਸੁਣ ਨਾ, ਹਾਂਜੀ ਨਾਗਾ ਸੀ ਅੱਜ ਮੈਂ ਸਵੇਰ 6 ਵਜੇ 7 ਵਜੇ 8 ਵਜੇ ਖੁਰਾਕ ਦਿੱਤੀ ਹੈ ਕਬੂਤਰ ਨੂੰ, 2 ਵਜੇ 3 ਵਜੇ ਦਾਣਾ ਪਾਇਆ, ਉਸ ਬਾਅਦ ਕੁਝ ਨਹੀਂ ਦੇਣਾ। ਸੁਬਹ ਚੈੱਕ ਕੀਤਾ ਉਹਦੀ ਪੋਰ 'ਚ ਰੈਸ਼ ਹੈ। ਪਹਿਲਾਂ ਤਾਂ ਨੁਕਸੀ ਇੱਥੇ ਪੈ ਰੈਸ਼ ਕਿਉਂ ਹੈ, ਰਾਤ ਦੀ ਰੱਖੀ ਹੋਈ ਕਿਉਂ ਹੈ, ਸਮਝ ਗਏ। ਇਹ ਗੱਲ ਹੈ। ਬਸ ਤੇ ਜੇ ਉਹਨੂੰ ਪਲਟਾਣਾ ਮੈਂ ਤਾਂ ਉਸ ਦਾ ਬੇੜਾ ਗਰਕ ਹੋਣਾ ਹੀ, ਜਿਹਨੂੰ ਕਦੀ ਨਹੀਂ ਪਲਟਾਇਆ ਉਹਨੂੰ ਮੈਂ ਸਵੇਰੇ ਪਲਟਾਣਾ। ਬਾਜ਼ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਦੀ ਸਟਾਰਟ ਫਿਰਤਾਂ ਤੋਂ ਹੀ ਪਲਟਾਉਂਦੇ ਨੇ, ਉਹਨਾਂ ਦੇ ਉੱਥੇ ਉਹਨਾਂ ਦੇ ਕਬੂਤਰ ਉੱਥੇ ਲੱਗ ਜਾਂਦੇ। ਲੱਗ ਜਾਂਦੇ। ਤਸਲਸਲ ਦਾ ਕਹਿਣਾ ਨਾ ਕਿ ਉਹ ਅਗਰ ਰੂਟੀਨ ਵਾਈਜ਼ ਅਗਰ ਲੈ ਕੇ ਆਉਂਦੇ ਨਾ ਕੋਈ ਹਰਜ ਨਹੀਂ। ਉਹ ਕਬੂਤਰ ਆਦੀ ਹੋ ਜਾਂਦਾ। ਮੈਂ ਹੁਣ ਵੀ ਨਾ ਇਹ ਮੇਰਾ ਕਬੂਤਰ ਹੈ ਰਹਿ ਜੇ ਮੈਂ ਪੱਲਾ ਮਾਰਨਾ ਹੈ, ਉਹ ਮੈਂ ਆਨਾ ਹੋਏ ਕਿ ਇਹਨੂੰ ਪਲਟਾ ਕੇ ਮੈਂ ਛੱਡਣਾ, ਉਸ ਨਹੀਂ ਉੱਡਣਾ। ਉੱਡਦੇ ਹੀ ਨਹੀਂ ਉਹ 2 ਘੰਟੇ। ਵਕਤੀ ਤੌਰ ਤੇ ਅਗਰ ਹਾਂ, ਜਿਨ੍ਹਾਂ ਬੰਦਿਆਂ ਦੀ ਸਟਾਰਟ ਬਾਅਦ ਮੈਂ ਐਸੇ ਬੰਦੇ ਜਾਣਨਾ ਜਿਨ੍ਹਾਂ ਦੀ ਆਦਤ ਹੈ ਫਿਰਤਾਂ ਨੂੰ ਸਟਾਰਟ ਕਰਦੇ ਨੇ, ਕਬੂਤਰ ਪਲਟਾ ਕੇ ਛੱਡਦੇ ਨੇ। ਦੇਖੋ ਨਾ ਛੋੜਦੇ ਨੇ। ਲੇਕਿਨ ਮੇਰਾ ਆਪਣਾ ਇੱਕ ਐਕਸਪੀਰੀਅੰਸ ਹੈ, ਗਲਤ ਵੀ ਹੋ ਸਕਦਾ ਹੈ, ਪਲਟਾਣ ਨਾਲ ਕਬੂਤਰ ਪ੍ਰਭਾਵ ਘਟਾਉਂਦਾ ਹੈ। ਠੀਕ ਇਹ ਮੈਂ ਪੁੱਛਣਾ ਚਾਹ ਰਿਹਾ ਕਿ ਅਗਰ ਮੇਰੇ ਸਖਤ ਟੈਂਪਰੇਚਰ ਹੈ ਕਬੂਤਰ ਦੀ ਪ੍ਰਵਾਹ ਘਟਦੀ ਹੈ, ਨਹੀਂ ਪਲਟਾਉਣਾ ਚਾਹੀਦਾ। ਸਾਡੇ ਵੈਸੇ ਨਹੀਂ ਮੰਨਦੇ ਵੈਸੇ। ਠੀਕ ਜੀ ਆਜ਼ਾਦ ਸਾਹਿਬ। ਗੱਲ ਹੈ ਵੀ ਜਦੋਂ ਮੌਸਮ ਦੇ ਵਿੱਚ ਨਮੀ ਬਹੁਤ ਘੱਟ ਹੋਵੇ, ਮਿਸਾਲ ਨਮੀ ਰਹਿ ਜਾਂਦੀ ਹੈ 8 10 9, ਉਸ ਵਕਤ ਤੁਹਾਨੂੰ ਤਰਾਦਰ ਕਰ ਲੈਣਾ ਚਾਹੀਦਾ। ਹਾਂਜੀ ਪਲਟਾਣਾ ਪੈਂਦਾ, ਨਹੀਂ ਤੇ ਕਬੂਤਰ ਅਕਸਰ ਕਬੂਤਰ ਤੋਂ ਜ਼ਾਇਆ ਹੋ ਜਾਂਦਾ। ਪਰ ਜਦੋਂ ਕਬੂਤਰ 12 14 ਘੰਟੇ ਉੱਡੇਗਾ, ਲਾਜ਼ਮੀ ਉਹਦੇ ਕੋਲ ਰੈਸ਼ ਹੋਏਗੀ, ਚਾਹੇ ਉਹਦੀ ਅੰਦਰਲੀ ਪੋਰਚ ਹੋਵੇ। ਰੈਸ਼ ਤੋਂ ਭੁੱਖਾ ਕਬੂਤਰ 14 ਘੰਟੇ ਉੱਡ ਨਹੀਂ ਸਕਦਾ, 12 ਘੰਟੇ ਉੱਡ ਨਹੀਂ ਸਕਦਾ। ਭੁੱਖਾ ਕਬੂਤਰ ਬਿਲਕੁਲ ਨਹੀਂ ਉੱਡ ਸਕਦਾ। ਮਾਸ਼ਾਅੱਲਾ ਕਬੂਤਰ ਰੈਸ਼ ਸਿਰਫ ਨਮੀ ਟੈਂਪਰੇਚਰ ਦੇ ਮੁਤਾਬਕ ਕਬੂਤਰ ਲੈ ਕੇ ਜਾਂਦਾ ਹੈ। ਔਰ ਜਿਹੜਾ ਮੁਹਾਵਤ ਉਡਾਨ ਵਾਲਾ ਉਹਦਾ ਐਕਸਪੀਰੀਅੰਸ ਹੈ ਕਿ ਹੁਣ ਇਸ ਵੇਲੇ 44 ਟੈਂਪਰੇਚਰ ਹੈ, 14 ਨਮੀ ਹੈ,
ਮਸਾ ਵੀ ਪਾਣੀ ਪਾ ਕੇ ਦੇ ਰਿਪੋਰਟ ਨੂੰ ਕਿਸ ਤਰ੍ਹਾਂ ਕਿਸ ਕੰਡੀਸ਼ਨ ਦੀ ਕਰਨਾ ਪਾਣੀ ਇਹਨੂੰ ਟਿਫਨ ਕਿੰਨਾ ਦੇਣਾ ਉਸ ਬੰਦੇ ਦਾ ਤਜਰਬਾ ਬਸ ਉਹਨੇ ਕੋਈ ਪ੍ਰੋਪਰ ਉਹ ਖੁਰਾਕ ਦੇ ਕਬੂਤਰ ਜਿੰਨਾ ਕੋ ਹਜ਼ਮ ਕਰਕੇ ਉਹ ਹਾਂਜੀ। ਸਵੇਰ ਤੱਕ ਕਲੀਅਰ ਹੋ ਜਾਏ। ਬਾਜ਼ ਦਫਾ ਐਸਾ ਹੁੰਦਾ ਤੁਸੀਂ ਰੈਸ਼ ਨੂੰ ਖੁਰਾਕ ਦੇਣ ਦੀ ਕੋਸ਼ਿਸ਼ ਕਰਦੇ ਹੋ 9 ਵਜੇ ਆ ਕੇ ਕਬੂਤਰ ਦੇ ਦੇਖਣਾ ਸ਼ੁਰੂ ਕਰ ਜਾਂਦੇ ਬਾਜ਼ ਦਫਾ ਐਸਾ ਵੀ ਨਹੀਂ ਚਲਾਉਂਦਾ ਉਹ। ਇਹ ਸਾਰਾ ਕੰਮ Emit baba ਸੁਣ ਸੁਣਾ ਕੇ ਕਈ ਲੋਕ ਯਾਰ ਫਲਾਣੇ ਨੇ ਪਲਟਾਏ ਨਹੀਂ ਸਨ ਐਂਜੀ ਛੱਡੋ ਜਾਂ ਫਲਾਣੇ ਨੇ ਦੋ ਗੋਲੀਆਂ ਦੇ ਕੇ ਛੱਡੇ ਸਨ ਇੰਜ ਬਣਾਓ ਲੇਕਿਨ ਜਿੰਨੀ ਦੇਰ ਤੱਕ ਤੁਹਾਨੂੰ ਉਹਦਾ ਐਕਸਪੀਰੀਅੰਸ ਨਹੀਂ ਹੈ ਤੁਸੀਂ ਬੈਨੀਫਿਟ ਨਹੀਂ ਲੈ ਸਕਦੇ ਵਰਨਾ ਤੁਸੀਂ ਨਹੀਂ ਸਾਫ਼ ਕਰੋਗੇ ਕਬੂਤਰ ਘਟ ਜਾਏਗਾ ਤੁਸੀਂ ਖੁਰਾਕ ਦੇ ਕੇ ਉਡਾਓਗੇ ਕਬੂਤਰ ਇਹ ਸਾਰੀ ਗੱਲ ਐਕਸਪੀਰੀਅੰਸ ਦੀ ਇਸ ਵਾਸਤੇ ਮੇਰੀ ਨਜ਼ਰ ਦੇ ਵਿੱਚ ਜਿਹੜਾ ਮੁਹਾਵਰ ਕਬੂਤਰ ਉਡਾਉਣ ਵਾਲਾ ਹੈ ਉਹਦੇ ਕੋਲ ਐਕਸਪੀਰੀਅੰਸ ਉਹਦਾ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਇਹ ਜਿਹੜੇ ਲੋਕ ਹਰ ਸਾਲ ਨਵੇਂ ਮੁਹਾਵਤ ਬਦਲਦੇ ਨੇ ਕਿਦੋਂ ਉਹਨਾਂ ਦਾ ਰਿਜ਼ਲਟ ਆਉਂਦਾ ਮੈਂ ਕਰੋੜਾਂ ਅਰਬਾਂ ਪਤੀ ਲੋਕ ਦੇਖੇ ਨੇ ਪਿਪਲਾਂ ਵਾਲੇ ਤੋਂ ਕਬੂਤਰ ਆ ਰਹੇ ਨੇ ਲਿਲਿਆਣੀ ਤੋਂ ਕਬੂਤਰ ਆ ਰਹੇ ਨੇ ਲੋਹਰੋ ਕਬੂਤਰ ਆ ਰਹੇ ਨੇ ਨਵੇਂ ਮੁਹਾਵਤ ਆ ਰਹੇ ਨੇ ਲੇਕਿਨ ਰਿਜ਼ਲਟ ਜ਼ੀਰੋ ਸਿਫਰ ਕੀ ਵਜ੍ਹਾ ਇਹ ਹੈ ਕਿ ਉੱਥੇ ਐਕਸਪੀਰੀਅੰਸ ਨਹੀਂ ਹੈ ਤਜਰਬਾ ਨਹੀਂ ਹੈ ਇਸ ਵਾਸਤੇ ਐਕਸਪੀਰੀਅੰਸ ਤਜਰਬਾ ਇਹਦੀ ਬੜੀ ਅਹਿਮੀਅਤ ਹੈ ਖਾਲੀ ਤੁਸੀਂ 20,000 ਦਾ ਇੱਕ ਕਬੂਤਰ ਲਿਆ ਕੇ ਛੱਡੋ ਇਹ ਜੀ ਉੱਡ ਕੇ ਆਏਗਾ ਇਹ ਬਿਲਕੁਲ ਉਹ ਨਹੀਂ ਉੱਡ ਕੇ ਆਏਗਾ ਜਿੰਨੀ ਦੇਰ ਬਾਅਦ ਥੱਲੇ ਉਡਾਨ ਵਾਲਾ ਸਮਝਦਾਰ ਨਹੀਂ ਹੋਏ ਜੀ ਉਸਤਾਦ ਅਜ਼ਰਮਾਨ ਸਾਹਿਬ ਤੁਸੀਂ ਆਪਣੀ ਕੀ ਰਾਏ ਦਿਓਗੇ ਇਸ ਜਿਹੜਾ ਰੈਸ਼ੂ ਦਾ ਮਾਮਲਾ ਨਾ ਇਹਦਾ ਨਮੀ ਨਾਲ ਬਹੁਤ ਸੰਬੰਧ ਹੈ ਨਮੀ ਹੋਏਗੀ ਕਬੂਤਰ ਰੈਸ਼ ਲੈ ਕੇ ਉੱਡੇਗਾ ਠੀਕ ਹੈ ਅਗਰ ਨਮੀ ਬਹੁਤ ਘਟ ਗਈ ਹੈ ਜਿਹੜੇ ਕਬੂਤਰ ਉੱਥੇ ਨਾ ਪਟਾ ਨਹੀਂ ਛੱਡਣਗੇ ਕਬੂਤਰ ਜ਼ਾਇਆ ਹੋ ਜਾਂਦੇ ਨਮੀ ਨਾਲ ਬਹੁਤ ਜਿਹੜਾ ਦਰਮ ਦਾ ਨਵੀਂ ਨਮੀ ਨਾਲ ਜਿੰਨੀ ਨਮੀ ਜ਼ਿਆਦਾ ਹੋਏਗੀ ਕਬੂਤਰ ਕੋਲ ਰੈਸ਼ ਜ਼ਿਆਦਾ ਹੋਏਗੀ ਉਹਨਾਂ ਅੱਛਾ ਉੱਡ ਕੇ ਨਹੀਂ ਲੰਬਾ ਹੋ ਜਿੰਨੀ ਨਮੀ ਨਹੀਂ ਹੋਏਗੀ ਕਬੂਤਰ ਕੋਲ ਰੈਸ਼ ਹੋਏਗੀ ਤਾਂ ਕਬੂਤਰ ਉੱਡਣਾ ਦੂਰ ਦੀ ਗੱਲ ਉਹਨੇ ਘਰ ਹੀ ਨਹੀਂ ਆਉਣਾ ਮਤਲਬ ਕਹਿ ਸਕਦੇ ਹਾਂ ਕਬੂਤਰ ਦੇ ਪਲਟਾਨ ਦਾ ਅਮਲ ਨਵੀਂ ਦੇ ਤਨਾਸਬ ਨਾਲ ਹੈ ਬਹੁਤ ਜ਼ਿਆਦਾ ਲੇਕਿਨ ਹਰ ਇੱਕ ਆਪਣੇ ਪ੍ਰੈਕਟੀਕਲ ਸੋਚ ਅਸਾਂ ਜੋ ਦੇਖਿਆ ਕਬੂਤਰ ਪਟਾ ਕੇ ਛੱਡੀ ਹੈ ਨਾ ਕਬੂਤਰ ਪਾਇਆ ਮਤਲਬ ਬਚ ਜਾਂਦਾ ਮਰਦਾ ਨਹੀਂ ਬਹੁਤ ਘੰਟਾ 2 ਘੰਟੇ ਘੱਟ ਉੱਡਣਗੇ ਲੇਕਿਨ ਘਰ ਆਉਣਗੇ ਲੈ ਉਸਤਾਦ ਜੀ ਆਉਂਦਾ ਘਰ ਮਤਲਬ ਖਰਾਬੀ ਵਾਲੇ ਪਾਸੇ ਨਹੀਂ ਜਾਂਦਾ ਬਾਅਦ ਘੰਟਾ 2 ਘੰਟੇ ਘਟਾਏਗਾ ਲੇਕਿਨ ਆਏਗਾ ਘਰ ਮਸਤ ਆਏਗਾ ਅੱਛਾ ਰਾਜਾ ਸਾਹਿਬ ਤੁਸੀਂ ਦੁਬਈ ਜਿੱਥੇ ਟੈਂਪਰੇਚਰ ਮਾਸ਼ਾਅੱਲਾ ਤੁਹਾਡੀ ਪਾਰਟੀ ਨੈਟਵਰਕ ਵੀ ਹੈ ਹੁੰਦਾ ਉੱਥੇ ਵੀ ਇਹ ਸਿਸਟਮ ਹੈ ਵਿੱਚ ਅਸੀਂ ਜੇ ਕੋਈ ਜਾ ਨਹੀਂ ਸਕੇ ਜਾਂ ਸਾਡਾ ਐਕਸਪੀਰੀਅੰਸ ਨਹੀਂ ਹੈ ਉੱਥੇ ਦੋਸਤ ਪਲਟਾਨੇ ਨੇ ਕਿ ਉਹ ਵੈਸੇ ਹੀ ਉਡਾਉਂਦੇ ਨੇ ਮੇਰੇ ਖਿਆਲ 'ਚ ਵੈਸੇ ਜਿਹੜਾ ਸਾਡੀ ਪਾਰਟੀ ਦਾ ਤਲਕ ਹੈ ਉਹ ਨਹੀਂ ਪਲਟਾ ਉੱਥੇ ਸੁਣਿਆ ਕਿ ਨਵੀਂ ਨਾਲ ਤਨਾਸ ਆਵਾਜ਼ ਜ਼ਿਆਦਾ ਹੁੰਦਾ ਉਹ ਯਾਰ ਨਵੀਂ ਦਾ ਇੱਕ ਗੱਲ ਹੈ ਬਣੀ ਹੁਣ ਥੱਲੇ ਹੱਬਦਾ ਕਬੂਤਰ ਕਿੱਥੇ ਜਾ ਕੇ ਉੱਡਦਾ ਕਿਹੜੀ ਹਾਈਟ ਤੇ ਉੱਡਦਾ ਕਿਸੇ ਨੂੰ ਪਤਾ ਹੈ ਆਨੇ ਰਾਏ ਨੇ ਬਸ ਕਿ ਕਿੱਥੇ ਉੜਦਾ ਜੇ ਇੱਥੇ ਥੱਲੇ ਰਹਿ ਗਿਆ ਤੇ ਕਬੂਤਰ ਉੱਡਦਾ ਜਾ ਕੇ ਗਰਮੀਆਂ ਦੇ ਅੰਦਰ 5 ਤੋਂ 7,000 ਫੀਟ ਤੇ ਜਾ ਕੇ ਖਲੋ ਜਾਂਦਾ ਉਹਦਾ ਟੈਂਪਰੇਚਰ ਹੁੰਦਾ 15 ਜਹਾਜ਼ ਤੇ ਕਦੇ ਬਹੁਤ ਉਹਦੇ ਦੱਸਦਾ 10 ਤੋਂ 15 ਤੇ 20 ਦੇ ਦਰਮਿਆਨ ਕਬੂਤਰ ਹੁੰਦਾ ਜਾ ਕੇ ਖਲੋਂਦਾ ਉਹਦੇ ਆਵਾਜ਼ ਤੇ ਨਮੀ ਵੀ ਹੁੰਦੀ ਹੈ ਆਕਸੀਜਨ ਵੀ ਹੁੰਦੀ ਹੈ ਉਸ ਤੋਂ 5-7,000 ਫੀਟ ਗਰਮੀਆਂ ਜਿਹੜੇ 7 ਤੋਂ ਉੱਪਰ ਜਾਂਦਾ ਹੈ ਆਕਸੀਜਨ ਲੈਵਲ 0 ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਨਮੀ ਖਤਮ ਹੋ ਜਾਂਦੀ ਹੈ ਸ਼ੁਰੂ ਦੇ ਵਿੱਚ ਕਬੂਤਰ ਉੱਥੇ ਜਾ ਹੀ ਨਹੀਂ ਸਕਦਾ ਉੱਡਿਆ ਹੁਣ ਦੇਖੋ ਸਾਜੀ ਅਕਸਰ ਕਬੂਤਰ ਜਿਹੜੇ ਸਵੇਰ ਉੱਠਦੇ ਆ ਪੱਲੇ 'ਚ ਬੰਦ ਹੋ ਜਾਂਦੇ ਸ਼ਾਮ ਨੂੰ ਨਿਕਲਦੇ ਬਿਲਕੁਲ ਫਰੈਸ਼ ਹਾਂਜੀ ਬਿਲਕੁਲ ਫਰੈਸ਼ ਉੱਡ ਕੇ ਨਹੀਂ ਆਇਆ ਜਲਦੀ ਸਮਾਨ ਬੰਦ ਹੁੰਦਾ ਨੇ ਉਹ ਜਲਦੀ ਉੱਤੇ ਚਲੇ ਜਾਂਦੇ ਹਾਈਟ ਤੇ ਚਲੇ ਜਾਂਦੇ ਨੇ ਉੱਥੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ 10 ਘੰਟੇ ਜੂਨ ਦਾ ਹਨੇਰਾ ਪੈਂਦਾ ਉਹ ਘਰ ਨੂੰ ਦੌੜਦੇ ਜਿਹੜੇ ਥੱਲੇ ਖਲੋਂਦੇ ਨੇ ਉਹ ਸ਼ਾਮ ਤੋਂ ਨਹੀਂ ਮੁੱਕਦੇ ਹੀ ਨਹੀਂ ਹੁੰਦੇ ਨਵੀਂ ਜਮੀ ਉਹਨਾਂ ਨੂੰ ਥੱਲੇ ਤੰਗ ਕਰਦੀ ਹੈ ਅੱਛਾ ਉੱਤੇ ਚਲੇ ਜਾਂਦੇ ਨੇ ਉੱਥੇ ਕੋਈ ਨਹੀਂ ਪਰ ਜਿਹੜਾ ਗਹਿਰਾਈ ਚ ਕਬੂਤਰ ਉੱਡਦਾ ਹੈ ਉਹ ਬੜਾ ਈਜ਼ੀ ਹੋ ਕੇ ਉੱਡਦਾ ਹੈ ਔਰ ਉਹਨੂੰ ਸੰਭਾਲਣਾ ਚਾਹੇ ਖੁਰਾਕ ਹੋਏ ਨਾ ਹੋਏ ਰੈਸ਼ ਹੋਏ ਨਾ ਹੋਏ ਉਹਨੂੰ ਇਹ ਚੀਜ਼ ਨਾਲ ਕੋਈ ਨਹੀਂ ਫਰਕ ਪੈਂਦਾ ਜਿਹੜਾ ਸੁਬਾਹ ਉੱਠਦਿਆਂ ਸਾਰੀ ਡੁੱਬ ਗਿਆ ਨਾ ਕਬੂਤਰ ਉਹਨੂੰ ਕੋਈ ਨਹੀਂ ਆਣਾ ਇੱਕ ਉਸਤਾਦ ਨੇ ਮੈਨੂੰ ਗੱਲ ਯਾਦ ਹੈ ਉਹ ਸਾਰ ਗੋਗੀ ਪਹਿਲਵਾਨ ਦੀ ਚਲੋ ਦੋਸਤਾਂ ਨੂੰ ਗੋਸ਼ ਗੁਜ਼ਾਰ ਕਰਨਾ ਅੱਛੀ ਗੱਲ ਦੋਸਤਾਂ ਨੂੰ ਪਬਲਿਕ ਕਰਨੀ ਚਾਹੀਦੀ ਹੈ ਉਹਨੇ ਕਿਹਾ ਜਿਹੜੇ ਬੰਦੇ ਨੂੰ 3 ਮਿੰਟ 5 ਮਿੰਟ ਕਬੂਤਰ ਬੰਦ ਕਰਨਾ ਆ ਗਿਆ ਨਾ ਉਹ ਜ਼ਮਾਨੇ ਦਾ ਬਿਹਤਰੀਨ ਉਸਤਾਦ ਹੈ ਇਹ ਯਾਰ ਜੇਠ ਦੇ ਵਿੱਚ ਹਾਂ ਹੈ ਹੀ ਕਬੂਤਰ ਮਗਰ ਝੰਡੇ ਦੇ ਕਬੂਤਰ ਬੰਦ ਹੋ ਗਏ ਨੇ ਕਬੂਤਰ ਬੰਦ ਹੋ ਗਏ ਜਿਹੜੇ ਨਿਕਲੇ ਆਪਣੇ ਟਾਈਮ ਨਾਲ ਉਹਨੇ ਜਿੱਤਨੇ ਫਰੈਸ਼ ਵੀ ਬੈਣਗੇ ਜਿਹੜਾ ਕਬੂਤਰ ਜਿੱਡਾ ਵੀ ਵਰਿਆਮ ਹੈ ਸਾਹਮਣੇ ਫਿਰੇਗਾ 12 ਵਜੇ ਪਵੇਗਾ ਸ਼ਾਮ ਤੋਂ ਨਹੀਂ ਉਹਨੂੰ ਸਿੱਧਾ ਕਰਨਾ ਸਹੀ ਗੱਲ ਹੈ ਉਸਤਾਦ ਜੀ ਉਹ ਟੈਂਪਰੇਚਰ ਹੀਟ ਦਾ ਸ਼ਿਕਾਰ ਹੋ ਜਾਏਗਾ ਗਰਮੀ ਦਾ ਲੈਵਲ ਹੁੰਦਾ ਨਾ ਅਸਮਾਨ ਦਾ ਇੱਥੇ ਹੋ ਰਿਹਾ
ਇੱਥੇ ਹੋਰ ਹੈ ਹੀਟ ਵੇਵ ਹੈ, ਇੱਥੇ ਘੱਟ ਹੈ, ਇੱਥੇ ਜਾ ਕੇ ਬਿਲਕੁਲ ਨਾਰਮਲ ਹੋ ਗਈ ਹੈ। ਇਹ ਤਾਂ ਬੜਾ ਔਖਾ। ਤੁਹਾਡਾ ਇਲਾਕਾ ਤਕਰੀਬਨ ਬੁਲੰਦੀ ਤੇ ਵੇ, ਹਾਂਜੀ ਕਿਉਂ ਜੀ ਸਾਡੇ ਤੋਂ ਸਾਡਾ ਮੈਦਾਨੀ ਇਲਾਕਾ ਹੈ ਤੋਂ ਪੋਠੋਹਾਰੀ ਇਲਾਕਾ ਹੈ, ਤੁਹਾਡੇ ਤੇ ਕਬੂਤਰ ਸਾਡੇ ਤੋਂ ਵੀ ਬੁਲੰਦੀ ਤੇ ਉੱਡਦੇ ਹੋਣਗੇ। ਨਹੀਂ ਸਾਡਾ ਜ਼ਮੀਨ ਲੈਵਲ ਅਸਾਂ ਦੇ ਇੱਕ ਹੀ ਹੈ, ਲੇਕਿਨ ਸਾਡੇ ਪਹਾੜ ਹਨ, ਹਾਂਜੀ ਸਾਡੇ ਖੁਸ਼ਕ ਇਲਾਕਾ ਹੈ। ਤੁਹਾਡੇ ਇਹਦੇ 4 ਸਵੇਰੇ ਸਬਜ਼ਾ ਹੈ, ਠੀਕ। ਸਾਡੇ ਦੇ ਪਹਾੜ ਹੈ 4 ਸਵੇਰੇ। ਜਿਹੜੇ ਦੋਸਤ ਕਹਿੰਦੇ ਨੇ ਕਿ ਉਤਲ ਠੰਡ ਜ਼ਿਆਦਾ ਵੇ ਕਿ ਜਾਂ ਉਤਲ ਐਵੇਂ ਯਾਰ ਇੱਕ ਦੋਸਤਾਂ ਦਾ ਬਣੇ ਹੈ। ਸਭ ਤੋਂ ਮੁਸ਼ਕਲ ਸਾਡੇ ਪਠਵਾਰ ਚ ਕਬੂਤਰਬਾਜ਼ੀ ਹੈ। ਪਾਕਿਸਤਾਨ ਦਾ ਕਿਹੜਾ ਉਸਤਾਦ ਹੈ ਜਿਹਦਾ ਸ਼ਾਗਿਰਦ ਉੱਥੇ ਨਹੀਂ? ਪਾਕਿਸਤਾਨ ਦਾ ਕਿਹੜਾ ਉਸਤਾਦ ਹੈ ਜਿਹੜਾ ਆਪ ਜਾ ਕੇ ਨਹੀਂ ਉੱਥੇ ਬੰਦੇ ਭੇਜ ਕੇ ਕਬੂਤਰ ਡਵਾਏ? ਮੈਂ ਦੱਸਿਆ ਨਾ, ਹਰ ਇਲਾਕੇ 'ਚ ਹੁਣ ਤੁਹਾਡੇ ਗੁਜਰਾਂ ਵਾਲੇ ਲਾਹੌਰ ਚਲੇ ਜਾਓ, ਕਹਿੰਦੇ ਪੋਲੂਸ਼ਨ ਹੈ, ਠੀਕ ਹੈ ਮੰਨ ਲਿਓ। ਸਾਡੇ ਨੇਰ ਜਾਂ ਉਸਤਾਦ ਜੀ ਸਾਨੂੰ ਮਾਰ ਪਈ ਹੈ ਨੇਰਾਂ ਦੀ ਪਈ। ਹਾਂਜੀ ਮੈਂ ਦੱਸਿਆ ਹੁਣ ਆਖਰੀ ਫਿਰਤ ਹੈ ਹੁਣ ਦੀ, ਮੈਂ ਤੁਹਾਨੂੰ ਗੱਲ ਦੱਸਣਾ। ਲਿਆ ਜਿਹੜਾ ਗੇੜ ਗੁਜ਼ਰਿਆ। ਹੁਣ ਕਦੋਂ ਉੱਡੇ ਨੇ ਕਬੂਤਰ? 24 ਮਈ ਨੂੰ। ਹਾਂਜੀ 22 ਮਈ ਨੂੰ ਉਸਤਾਦ ਜੀ ਇੰਨਾ ਟੈਂਪਰੇਚਰ ਸੀ, 12-1 ਵਜੇ ਐਂਡ ਹੋ ਗਿਆ। ਇੰਨੀ ਗਰਮੀ ਸੀ, 2-3 ਵਜੇ ਹਾਂ ਬਿਲਕੁਲ ਜਨਰਲ ਭੜਕ ਸੀ, ਜਨਰਲ ਭੜਕ ਸੀ ਉਦੋਂ ਜਨਰਲ ਭੜਕ ਤੇ ਮਰੇ ਨੇ 23 ਨੂੰ ਕਬੂਤਰ ਬਾਰਿਸ਼ ਲੱਗੀ ਹੈ, 24 ਨੂੰ ਟੈਂਪਰੇਚਰ 31 ਆ ਗਿਆ। ਠੀਕ। ਹੁਣ ਦੱਸੋ ਉੱਥੇ ਕੀ ਕਰਨਾ? ਇਹ 5-10 ਸਾਲ ਤੋਂ ਨਾ ਟੈਂਪਰੇਚਰ ਜਿਹੜਾ ਨਾ ਨਹੀਂ ਮੈਂ ਦੱਸਣਾ ਹਾਂਜੀ, ਇਹ ਰਿਜ਼ਕ ਗੱਲਾਂ ਦਾ ਪਿਆ ਉਸਤਾਦ ਜੀ। ਅਸੀਂ ਜਿਹੜੇ 24 ਦੀ ਭੜਕ ਮਾਰੀ ਹੈ, ਸਾਡੇ ਕਬੂਤਰ ਬਹੁਤ ਅੱਛੇ ਬੈਠੇ ਆ। 25 ਨੂੰ ਬਾਰਿਸ਼ ਨਾ 23 ਨੂੰ ਬਾਰਿਸ਼ ਹੋਈ ਹੈ, 24 ਨੂੰ ਰਾਤੀ ਸਿਲੈਕਟ ਕਰਨ ਬੈਠੇ ਆ, ਵੀ ਕੱਢ ਜੋੜੋ, ਇਹ ਵੀ ਕੱਢ ਜੋੜੋ, ਇਹਨੇ ਵੀ ਕੋਈ ਨਹੀਂ ਪੈਣਾ। ਉੱਤੇ ਅਸੀਂ ਕਿਤੇ ਗਏ, ਸਾਡੀ ਤਿਆਰੀ ਕਿੱਥੇ ਗਈ? ਕਬੂਤਰਬਾਜ਼ੀ ਬਹੁਤ ਔਖੀ ਹੈ। ਅਸੀਂ ਆਪਣੀ ਜਿਹੜਾ ਗੁਫ਼ਤਗੂ ਦਾ ਮਹਾਸਾਲ ਹੈ ਰਾਜਾ ਸਾਹਿਬ ਜਨਾਬ ਅੱਜ ਖਸੂਸੀ ਨਿਸ਼ਚਿਤ ਸੇ ਗੁਜਰਾਂ ਨੇ ਜੋ ਸਾਰੀ ਇਸਮਾਈਲ ਟੋਨੀ ਸਾਹਿਬ ਦੀ ਛੱਤ ਦੇ ਨੇ। ਪਹਿਲਾਂ ਅਸੀਂ ਸਾਰਾ ਰਾਜਾ ਥਾਰ ਕਾਕਾ ਸਾਹਮਣੇ ਆ ਗਿਆ ਕਿ ਕਬੂਤਰ ਦੀ ਸੰਭਾਲ, ਬਹਾਲੀ, ਨਾਲੇਜ ਆਜ਼ਾਦ ਸਾਹਿਬ ਕਹਿ ਰਹੇ ਕਿ ਬੰਦੇ ਦਾ ਤਜਰਬਾ ਬੋਲਦਾ ਵੇ। ਸਾਰਾ ਕੁਝ ਹੋਵੇ ਵੀ ਤਜਰਬਾ ਇਲਮ ਨਹੀਂ ਤੁਹਾਡੇ ਕੋਲ। ਹਾਂ ਉਸ ਤੋਂ ਬਗੈਰ ਬਲੱਡ ਲਾਈਨ ਕਬੂਤਰ ਚੰਗਾ ਦਾਣਾ ਪਾਣੀ ਟ੍ਰੇਨਿੰਗ ਹਰ ਚੀਜ਼ ਬੇਕਾਰ ਹੈ। ਇਸ ਜਨਾਬ ਉਸਤਾਦ ਅਜ਼ਰਮਾਨ ਸਾਹਿਬ ਨੇ ਆਪਣੀ ਰਾਏ ਦਿੱਤੀ ਹੈ। ਮਾਸ਼ਾਅੱਲਾ ਵੀ ਬਹੁਤ ਅੱਛੇ ਨੌਜਵਾਨ ਖਿਡਾਰੀ ਨੇ ਸਾਡੇ ਦੇ, ਬੜੇ ਅਰਸਾ ਤੋਂ ਅੱਛੀ ਪਰਫਾਰਮੈਂਸ ਕਰਦੇ ਨੇ ਪਏ। ਸੋਚੀ ਵੀ ਨਾ ਨਹੀਂ, ਇਹ ਲੜਨੇ ਵਾਸਤੇ ਨਹੀਂ ਆਇਆ ਬਾਹੂ, ਬੱਚਿਆਂ ਵਾਸਤੇ। 2-3 ਜੋੜੇ ਪਾਏ ਦੇ ਥੋੜੀ ਪਕਾਉਂਦੇ ਇਹ ਪੱਠੀਆਂ ਮੇਰੇ ਪੱਠੇ ਇਹ ਜਨਾਬ ਦੇ ਸਾਡੇ ਉਸਤਾਦ ਅਜ਼ੀਮ ਭੱਟ ਸਾਹਿਬ ਬੜੇ ਗੌਰ ਨਾਲ ਸੁਣਦੇ ਨੇ ਪਏ। ਖਲੀਫਾ ਮੁਹੰਮਦ ਅਲੀ ਸਾਹਿਬ ਆਉਣ ਵਾਲੇ ਵਕਤ ਵਿੱਚ ਧਮਾਕਾ ਕਰਨਗੇ। ਅੱਲਾ ਦੇ ਬੰਦਾ ਸ਼ਹਿਰ ਦੇ ਵਿੱਚ ਅੱਛੀ ਪਰਫਾਰਮੈਂਸ ਦਿਖਾਣਗੇ। ਸਾਡੇ ਭਰਾਵਾਂ ਸ਼ੌਕੀਨਾਂ ਨੂੰ ਮਜ਼ਾ ਆਏਗਾ। ਇਹ ਜਨਾਬ ਅੱਛੇ ਸ਼ੌਕੀਨ ਦੀ ਲਾਮਤ ਹੈ ਕਿ ਸੀਨੀਅਰ ਦੋਸਤ ਆਇਆ ਹੈ ਤਾਂ ਉਹਦੀ ਗੱਲ ਨੂੰ, ਉਹਦੀ ਬਾਤ ਨੂੰ ਅਦਬ ਨਾਲ ਸੁਣਨਾ। ਬਹੁਤ ਸ਼ੁਕਰੀਆ ਜਨਾਬ ਉਸਤਾਦ ਅਜ਼ੀਮ ਭੱਟ ਸਾਹਿਬ ਨੇ, ਖਲੀਫਾ ਮੁਹੰਮਦ ਅਲੀ ਸਾਹਿਬ ਨੇ। ਹਾਂ ਬਿਲਕੁਲ ਹਾਂਜੀ ਜੋ ਪ੍ਰੈਕਟੀਕਲ ਸਿੱਖਣਾ ਰਜ਼ੀਬ ਭੱਟ ਆਪਣੇ ਹੱਥੀਂ ਕਬੂਤਰ ਉਡਾਉਂਦਾ ਹੈ, ਆਪਣੇ ਹੱਥੀਂ ਮਿਹਨਤ ਕਰਦਾ ਹੈ ਔਰ ਸਾਰੀ ਰਾਤ ਕਬੂਤਰਾਂ ਦੇ ਨਾਲ ਖੁਦ ਮਿਹਨਤ ਕਰਦਾ ਹੈ। ਔਰ ਮੈਂ ਸਮਝਣਾ ਕਿ ਬਹੁਤ ਜ਼ਰੂਰੀ ਹੈ ਰਜ਼ੀਬ। ਔਰ ਇਨਸ਼ਾਅੱਲਾ ਦੇਖੋ ਇਹਨੇ ਸ਼ਹਿਰ ਦੇ ਵਿੱਚ 84 ਘੰਟੇ ਬਣਾ ਕੇ ਰਿਕਾਰਡ ਬਣਾਇਆ ਹੈ ਸ਼ੇਰਾਂ ਦੇ ਬਾਗ। ਹਾਂਜੀ ਬਿਲਕੁਲ ਥੱਲੇ ਹਾਂ ਬਿਲਕੁਲ ਆ ਬੜੀ ਮੁਸ਼ਕਲ ਚੱਲ 84 ਘੰਟੇ ਇਹਨੇ ਸ਼ਹਿਰ 'ਚ ਬਣਾਏ ਨੇ ਸ਼ੇਰ ਦੇ ਵਿੱਚ। ਇਸ ਵਾਸਤੇ ਇਨਸ਼ਾਅੱਲਾ ਇਹ ਮੁਨਫਰਦ ਹੋ ਕੇ ਨਿਕਲੇਗਾ। ਇਹਦੀ ਪਰਫਾਰਮੈਂਸ ਅੱਛੀ ਹੈ ਔਰ ਅਗਲੇ ਸਾਲ ਇਹਦਾ ਅੱਛਾ ਸ਼ੌਕ ਹੋਏਗਾ। ਜੀ ਰਾਜਾ ਸਾਹਿਬ ਦੋਸਤਾਂ ਕੋ ਆਏ ਹੋ, ਇਹਨਾਂ ਨੂੰ ਤੁਸੀਂ ਭੁੱਲ ਹੀ ਗਏ ਆ। ਉਸਤਾਦ ਇਸਮਾਈਲ ਟੋਨੀ ਸਾਹਿਬ ਮਾਸ਼ਾਅੱਲਾ ਜੀ ਮਜ਼ਾ ਪਰਿੰਦਿਆਂ ਦਾ ਸ਼ੌਕ ਕੀਤਾ ਤੁਸੀਂ ਅੱਜ ਨਾਲ। ਪਰਿੰਦੇ ਬਹੁਤ ਅੱਛੇ। ਸਭ ਤੋਂ ਪਹਿਲਾਂ ਜਿਹੜੀ ਅੱਗੇ ਗੱਲ ਕੀਤੀ ਹੈ ਨਾ, ਰਿਹਾਇਸ਼ ਬੜਾ ਮਜ਼ਾ ਆਇਆ ਇਹਨਾਂ ਨੂੰ ਦੇਖ ਕੇ। ਕਬੂਤਰਾਂ ਦੀ ਜਿਹੜੀ ਠੀਕ ਇਹ ਤਰੀਕਾ ਹੁੰਦਾ ਹੈ। ਬੜਿਆਂ ਦੋਸਤਾਂ ਦੇ ਵੀ ਦੇਖਿਆ, ਬੜੇ ਬੜੇ ਅੱਛੇ, ਲੇਕਿਨ ਇੱਕ ਕਮਰੇ 'ਚ 250-300 ਕਬੂਤਰ ਹੈ। ਮਤਲਬ ਬਰੀਡਿੰਗ ਸੈਟਅਪ ਇਹਨਾਂ ਦਾ ਅੱਛਾ ਹੋਵੇ। ਦੇਖੋ ਨਾ ਹੁਣ ਪਹਿਲਾਂ ਸ਼ੌਕ ਹੈ ਸਾਡਾ, ਇਸ਼ਕ ਹੁੰਦਾ ਹੈ, ਇਹਨੂੰ ਰੱਖਣ ਦਾ ਤਰੀਕਾ ਆਪਣੇ ਵਧੀਆ ਰੱਖਿਆ। ਬਾਕੀ ਠੀਕ ਹੈ ਇਸ਼ਕ ਸਾਡਾ ਮੈਂ ਅਕਸਰ ਇਹੀ ਕਰਦਾ। ਹੁਣ ਮਜ਼ਾ ਆਇਆ ਨਾ ਉਸਤਾਦ ਜੀ ਦੇਖ ਕੇ। ਇੱਥੇ ਹੁਣ ਇੱਕ ਦੋਸਤ ਤੁਹਾਡੇ ਨਾਲ ਸ਼ਾਮਲ ਹੋਏ ਨੇ ਹਾਲੀਆ ਮੈਂ ਦੇਖੀ ਸੀ ਪੋਸਟ ਕਿ ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਦੇ ਗਰੁੱਪ ਨਾਲ ਕਿਉਂ ਜੀ ਉਸਤਾਦ ਇਸਮਾਈਲ ਟੋਨੀ ਸਾਹਿਬ ਨੇ ਸ਼ਿਰਕਤ ਕੀਤੀ ਹੈ ਪਿੱਛੇ ਇਹਨਾਂ ਪਬਲਿਕ। ਭਾਈਆਂ ਜੀ ਅਸੀਂ ਤਾਬੇਦਾਰ ਆ ਇਹਨਾਂ ਦੇ। ਸ਼ਿਰਕਤ ਦਾ ਸਾਡੇ ਤੋਂ ਸੀਨੀਅਰ ਵੱਡੇ ਨੇ। ਇਹ ਤੁਹਾਡਾ ਕਾਫਲਾ ਕਿੱਥੋਂ ਤੱਕ ਜਾ ਰਿਹਾ ਜਾਂ ਦੋਸਤਾਂ ਨੂੰ? ਤੁਹਾਡਾ ਇਨਸ਼ਾਅੱਲਾ ਜੀ ਅੱਲਾਹ ਪਾਕ ਖੈਰ ਕਰੇ। ਸਨੀ ਪਿਆਰ ਰਹੇਗਾ। ਸ਼ੇਖਪੁਰਾ ਕਿਹੜੇ ਦੋਸਤ ਨੇ ਤੁਹਾਡੇ ਜਿਹੜਾ ਉਹਦੀ ਆਸਫ ਵਿਲਾਨਾ ਵਾਲੇ ਨੇ? ਆਸਫ ਵਿਲਾਨਾ ਇਹਨਾਂ ਦੀ ਸਮਝ ਲਓ ਸਰਪ੍ਰਸਤੀ ਦੇ ਵਿੱਚ ਹੀ ਉਹਨਾਂ ਦਾ ਸ਼ੌਕ। ਹਾਂਜੀ ਉਹ ਬਲਕਿ ਬੜੀ ਰਾਜਾ ਸਾਹਿਬ ਦੀ ਪੂਰੇ ਪੰਜਾਬ ਦੇ ਵਿੱਚ ਬਲਕਿ KPK ਤੱਕ
ਬਾਜ਼ੀਆਂ ਉਹਦੀਆਂ ਲੱਗੀਆਂ ਹੋਈਆਂ ਤੇ ਇਹਨਾਂ ਦੀ ਸਰਪ੍ਰਸਤੀ ਇਹਨਾਂ ਦੇ ਬਾਜੀ ਦਾ ਰੋਲਾ ਬਣਾਇਆ ਆਦੇ ਗੁਜਰਾਂ ਦੇ ਤੁਸੀਂ ਦੋਸਤ ਇਹਨਾਂ ਦੇ ਨਾਲ ਉਸਤਾਦ ਇਸਮਾਈਲ ਟੋਨੀ ਸਾਹਿਬ ਉਹਨਾਂ ਦੇ ਨਾਲ ਇਹਨਾਂ ਜੁਆਇਨ ਕੀਤਾ ਗਰੁੱਪ ਨੂੰ। ਹਾਂਜੀ ਮੈਂ ਗੁਜਰਾਂ ਦੇ ਉਸਤਾਦ ਇਸਮਾਈਲ ਟੋਨੀ ਸਾਹਿਬ ਨੇ ਰਾਜ ਸਾਹਿਬ ਨੇ ਜਿਹੜੇ ਗਰੁੱਪ ਨੂੰ ਜੁਆਇਨ ਕੀਤਾ ਵੇ। ਨਹੀਂ ਜੀ ਭਾਈਆਂ ਅਸੀਂ ਜਿੱਥੇ ਤੱਕ ਸਾਡੇ ਕੋਲ ਹੋਈ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ, ਠੀਕ ਹੈ। ਤੇ ਬਾਕੀ ਮਾਸ਼ਾਅੱਲਾ ਸਮਝਦਾਰ ਆਪ, ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਨਹੀਂ ਜੀ ਇਹਨਾਂ ਕੋਲ ਹੈ ਨਾ। ਮਾਸ਼ਾਅੱਲਾ ਅੱਛੀ ਟੀਮ ਹੈ, ਪ੍ਰੈਕਟੀਕਲ ਬੰਦੇ ਨੇ ਤੇ ਚਾਹ ਠੰਡੀ ਵੀ ਹੁੰਦੀ ਹੈ। ਮੈਂ ਇਸਮਾਈਲ ਟੋਨੀ ਸਾਹਿਬ ਦੇ ਨਾਲ ਇੱਕ ਦਫਾ ਫੇਰ ਕਰਾਂਗਾ ਨਾਲੇ ਤੇ ਨਾਲ, ਕਿਉਂਕਿ ਚੁੱਪ ਕਰਕੇ ਬੈਠੇ ਨੇ। ਅੱਜ ਦੇ ਮੇਜ਼ਬਾਨ ਸ਼ਖਸੀਅਤ ਨੇ ਜਨਾਬ ਉਸਤਾਦ ਇਸਮਾਈਲ ਟੋਨੀ, ਉਸਤਾਦ ਸ਼ਾਨੀ ਸਾਹਿਬ ਸ਼ੌਕ ਕਰਾਉਂਦੇ ਨੇ ਬਾਈ। ਇਹ ਦੋਏ ਪਿਓ ਪੁੱਤਰ ਨੇ, ਉਹ ਪਿਓ ਕਹਿੰਦਾ ਹੁਣ ਜੀ ਰਾਜਾ ਸਾਹਿਬ ਆਏ ਨੇ ਤੁਹਾਡੇ ਕੋਲ ਅੱਜ ਜਨਾਬ ਖਸੂਸੀ ਹਿੱਸੇ ਇਹ ਮਾਸ਼ਾਅੱਲਾ ਸਾਡੇ ਕੋਲ ਵੀ 10-12 ਲੈ ਕੇ ਆਇਆ ਖਤਾਈਆਂ। ਲੋ ਜਨਾਬ ਇਹ ਨਵਾਂ ਨੌਜਵਾਨ ਇੱਕ ਆਇਆ ਸ਼ਾਗਿਰਦ ਇਹਨਾਂ ਦਾ ਤਾਰਫ ਕਰਾਓ ਪਹਿਲਾਂ। ਟੋਨੀ ਸਾਹਿਬ ਦਾ ਸ਼ਾਗਿਰਦ ਸਮੀ ਪਹਿਲਵਾਨ ਠੀਕ ਇਮਨਾਬਾਦ ਛੱਤ ਤੋਂ ਇਹ ਸ਼ੌਕ ਕਰ ਰਿਹਾ ਪੂਰੇ ਪੰਜਾਬ ਦੇ ਨਾਲ ਅਲਹਮਦੁਲਿਲਾ 22 ਛੱਤਾਂ ਨਾਲ ਇਹਦੀ ਬਾਜ਼ੀ ਹੋ ਗਈ ਜੀ। ਪੰਜਾਬ ਦੇ ਟਾਪ ਜਿਹੜੀ ਜਿਹੜੀ ਪਲੇਅਰ ਤੇ ਮਿਠੂ ਲਾਲੀ ਤੇ ਆਪਣਾ ਅਸਦ ਜੱਦੜ ਕਾਫੀ ਨੇ ਪਿਪਲਾ ਤੱਕ ਪੰਜਾਬ ਦੇ ਟਾਪਰ ਪਲੇਅਰ ਜਿਹੜੇ ਨੇ, ਮਸਲਨ ਕਿ ਜਿਹੜੇ ਸਰਫੇਸ ਕੋਈ ਇਨਸ਼ਾਅੱਲਾ ਹੋਰ ਛੱਤਾਂ ਨਾਲ ਵੀ ਸ਼ੌਕ ਹਾਲੇ ਹੋਰ ਸਿਲਸਿਲਾ ਜਾਰੀ ਹੈ। ਬੜਾ ਮਿਹਨਤੀ ਸਾਡਾ ਬੱਚਾ ਹੈ, ਬੜਾ ਮਿਹਨਤੀ। ਨਾਮ ਲਓ ਦੁਬਾਰਾ ਇੱਕ ਦਫਾ ਸਮੀ ਪਹਿਲਵਾਨ ਸਮੀ ਪਹਿਲਵਾਨ ਨਾਂ ਦੇ ਪਹਿਲਵਾਨ ਨੇ ਸੇਧ ਦੇਣੀ ਜਨਾਬ ਪਹਿਲਵਾਨ ਮਰੇ ਸਾਡੇ ਤੇ ਨਾ ਆਬਜੈਕਸ਼ਨ ਲਾ ਰਿਹਾ ਜੀ ਕਿ ਗੁਜਰਾਂ ਦੇ ਪਹਿਲਵਾਨ ਕਹਿੰਦੇ ਆਉਣ ਲੱਗ ਪਏ ਨੇ। ਨਾਲ ਜਾਰਾ ਭਵਾਨ ਆ ਜਾਰਾ ਪਹਿਲਵਾਨ ਸਾਹਿਬ ਨੇ ਜਨਾਬ ਪਹਿਲਵਾਨ ਜੀ ਇਹ ਪਿਆਰ ਹੁਣ ਆਖਰ ਤੇ ਸਾਰੀਆਂ ਗੱਲਾਂ ਦਾ ਇੱਕ ਲੁਬੇ ਲਬਾਬ ਦੱਸੀਏ ਮੇਰਾ ਮੈਂ ਅੱਜ ਤੁਹਾਡੇ ਪਿਆਰ ਮੁਹੱਬਤ ਵਾਸਤੇ ਆਏ ਆ। ਉਸਤਾਦ ਜੀ ਦੁਨੀਆ ਦੇ ਅੰਦਰ ਇੱਕ ਅਕਮਲ ਖਾਨ ਰੋਲ ਮਾਡਲ ਬਣੇ ਹੈ ਕਬੂਤਰ ਮਾਸ਼ਾਅੱਲਾ। ਕਿਉਂ ਬਣੇ ਹੈ ਉਸਤਾਦ ਜੀ? ਜੈਨੂਇਨ ਜਿਹੜੀ ਗੱਲ ਹੈ, ਸਾਡਾ ਰੀਫ ਹੈ ਭਰਾ ਹੈ ਸਾਡਾ। 24 ਘੰਟੇ ਤੋਂ 18 ਘੰਟੇ ਆਪਣੇ ਹੱਥੀਂ ਉਹ ਕਬੂਤਰਬਾਜ਼ੀ ਕਰਦਾ ਹੈ ਤੇ ਦੁਨੀਆ ਦੇ ਨਾਮ ਹੈ। ਕਦੇ ਉਸ ਬੰਦੇ ਦੇ ਮੁਲਾਜ਼ਮ ਕਬੂਤਰ ਜੱਤ ਵੀ ਨਹੀਂ ਲਾਣਾ, ਉਸ ਖੁਦ ਲਾਣਾ। ਇਹ ਜੇ ਮਿਹਨਤ ਹਾਂਜੀ ਸਮਝ ਲਿਓ। ਸਾਡੇ ਆਰੋ ਗੱਡੀ ਲਈ ਆਉਂ ਕਦੇ ਫਿਰ ਰਿਹਾ ਨਹੀਂ ਆ ਰਿਹਾ। ਇਹ ਕਬੂਤਰਬਾਜ਼ੀ ਹੈ। ਜਿਹਨੇ ਕਬੂਤਰ ਉਡਾਣੇ, ਜਿਹਨੇ ਇੱਕ ਏਮ ਹੁੰਦਾ ਨਾ, ਉਹਨੂੰ ਟਾਰਗੇਟ ਅਚੀਵ ਕਰਨਾ ਹੈ, ਉਹਦੇ ਵਾਸਤੇ ਫਿਰ ਮਿਹਨਤ ਕਰਨੀ ਹੈ। ਅਗਲਾ ਦਿਨ ਰਾਤ ਯਕੀਨ ਕਰੋ ਉਸਤਾਦ ਜੀ ਗਿਆ ਪਿੱਛੇ ਮੁਲਾਕਾਤ ਹੋਈ, ਮੈਂ ਕਿਹਾ ਉਸਤਾਦ ਜੀ ਉਹ ਆਦੇ ਨੇ ਪੌੜੀਆਂ ਨੂੰ ਮੈਂ ਥੱਲੇ ਤੇਰੀ ਵਜ੍ਹਾ ਤੋਂ ਢੱਲਿਆ ਤੀਸਰਾ ਮਹੀਨਾ ਹੀ। ਕੀ ਬਾਤ। ਮੈਂ ਕਿਹਾ ਕਿਸੇ ਕਮੀ ਖੁਸ਼ੀ ਕਹਿੰਦੇ ਮੈਂ ਕੋਈ ਨਹੀਂ ਜਾਣਾ। ਨਹੀਂ ਜੋ ਮਿਹਨਤ ਕਰਦੇ ਮਿਹਨਤ ਕਰਦਾ ਤੇ ਨਾਮ ਬੰਦੇ ਕੋਈ ਕਬੂਤਰ ਦੁਨੀਆ ਕੋਲ ਵੀ ਨਹੀਂ। ਕਬੂਤਰਬਾਜ਼ੀ ਮਿਹਨਤ ਦਾ ਕੰਮ ਇਹ ਸ਼ੌਕ ਦਾ ਰਾਜ਼ ਹੈ ਮਿਹਨਤ ਦੇ ਮਿਹਨਤ ਗੱਲਾਂ 'ਚ ਨਹੀਂ ਹੈ। ਇਹ ਗੋਆ ਹੱਡੀ ਵੇਖ ਲਓ, ਪਰ ਵੇਖ ਲਓ, ਨੁਸਖਾ ਲੱਭ ਲਓ। ਆਏ ਹੋਣ ਏਸੀ ਲੱਗੇ ਹੋਣ ਤੇ ਫਿਰ ਦੇਖੋ ਜੀ ਮਿਹਨਤ ਬਹੁਤ ਜ਼ਰੂਰੀ ਹੈ। ਫਿਰ ਜਿਹੜਾ ਰਹਿਨੁਮਾ ਹੈ ਉਹਦਾ ਸਮਝਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿਹਨੇ ਗਾਈਡ ਕਰਨਾ ਹੈ ਉਹ ਨਾ ਹੋਵੇ ਕਿ ਉਹ ਥੱਲੇ ਮਿਹਨਤ ਕਰਦਾ ਹੋਵੇ ਉਹਦੀ ਮਿਹਨਤ ਦੇ ਪਾਣੀ ਫੇਰਦਾ ਹੋਵੇ, ਐਸਾ ਵੀ ਨਹੀਂ ਹੋਣਾ ਚਾਹੀਦਾ। ਉੱਤੇ ਜਿਹੜਾ ਰਹਿਨੁਮਾ, ਜਿਹੜਾ ਉਸਤਾਦ, ਜਿਹੜਾ ਸਰਪ੍ਰਸਤ, ਉਹਦਾ ਅੱਛਾ ਸਮਝਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਘਰ ਦੇ ਸਾਰੇ ਘਰ ਤੋਂ ਵੱਡੇ ਇਸ ਵਾਸਤੇ ਇਹ ਤਾਂ ਹੀ ਗੱਲ ਬਣਦੀ ਹੈ। ਬਾਜੀਆਂ ਦੋ ਲਾਈ ਜ਼ਿਆਦਾ ਤੁਹਾਡਾ ਅੱਗੇ ਪੈਗਾਮ ਤੁਸੀਂ ਮਾਸ਼ਾਅੱਲਾ ਬਹੁਤ ਤਜਰਬਾਕਾਰ ਹੋ ਤੇ ਮੇਰੇ ਤੋਂ ਸੀਨੀਅਰ ਜਦੋਂ ਦਾ ਮੈਂ ਸ਼ੋਬੇ 'ਚ ਆਇਆ ਵਾਂ ਮਾਸ਼ਾਅੱਲਾ ਅੱਛਾ ਨਾਲੇ ਰੱਖ ਤੇ ਕਬੂਤਰ ਤੇ ਮਤਲਬ ਕਿ ਵੀ ਕੀਮਿਆਗਰੀ 'ਚ ਵੀ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ। ਤੁਸੀਂ ਵੀ ਸੋਸ਼ਲ ਮੀਡੀਆ ਦੇ ਬੜੇ ਅੱਛੇ ਐਕਟਿਵ ਮੈਂਬਰ ਹੋ। ਅਸੀਂ ਦੋਸਤਾਂ ਨੂੰ ਆਪਣੀ ਗੱਲ ਦਾ ਇੱਕ ਮੈਸੇਜ ਦੇਣਾ ਹੈ। ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਸੋਸ਼ਲ ਮੀਡੀਆ ਦੇ ਇਸਤੇਮਾਲ ਤੇ? ਅਸੀਂ ਦੇਖੋ ਜੀ ਮੈਸੇਜ ਇਹ ਹੀ ਹੈ ਖਾਸ ਤੌਰ ਤੇ ਜਿਹੜੇ ਨਵੇਂ ਸ਼ੌਕੀਨ ਨੇ, ਜਿਹੜੇ ਸ਼ਾਗਿਰਦੀਆਂ, ਜਿਹੜੇ ਜਿਸ ਦੇ ਨਾਲ ਵੀ ਸਭ ਤੋਂ ਪਹਿਲੇ ਤੇ ਅੱਛੀ ਸਿਲੈਕਸ਼ਨ ਕਰਨ। ਅੱਛੀ ਸਿਲੈਕਸ਼ਨ ਕਰਕੇ ਫਿਰ ਆਪਣੇ ਉਸ ਉਸਤਾਦ, ਆਪਣੇ ਉਸ ਰਹਿਨੁਮਾ ਦੇ ਮਗਰ ਤੁਰ ਪੈਣ ਯਕੀਨ ਦੇ ਨਾਲ। ਹਾਂਜੀ ਫਿਰ ਇਹ ਨਾ ਕਰਨ ਕਿ ਇਹ ਸੀਜ਼ਨ ਨਹੀਂ ਉੱਡਿਆ ਤੇ ਹੁਣ ਨਵਾਂ ਉਸਤਾਦ ਫੜ ਲਈਏ, ਐਸਾ ਨਹੀਂ ਕਰਨਾ ਚਾਹੀਦਾ। ਫਿਰ ਉਸ ਉਸਤਾਦ ਦੇ ਨਾਲ ਕੁਝ 2, 4, 5 ਸਾਲ ਜ਼ਰੂਰ ਉਹਦੇ ਨਾਲ ਅਟੈਚ ਰਹਿਣਾ ਚਾਹੀਦਾ। ਔਰ ਤੁਸੀਂ ਉਸਤਾਦ ਦੀ ਖਿਦਮਤ ਕਰੋਗੇ ਤੇ ਅੱਲਾਹ ਤਾਲਾ ਬਰਕਤ ਪਾਏਗਾ ਤੁਹਾਡੇ ਸ਼ੌਕ 'ਚ। ਮੇਰਾ ਇਸ ਗੱਲ ਤੇ ਹੀ ਮਾਨ ਹੈ। ਜਿਸ ਬੰਦੇ ਨੇ ਆਪਣੇ ਸੀਨੀਅਰ ਦੀ ਇੱਜ਼ਤ ਕੀਤੀ ਹੈ, ਅੱਲਾਹ ਤਾਲਾ ਵੱਲੋਂ ਉਹਦੇ ਸ਼ੌਕ 'ਚ ਬਰਕਤ ਪੈ ਜਾਂਦੀ ਹੈ। ਤੇ ਜਿਸ ਬੰਦੇ ਨੇ ਮੂੰਹ ਦੇ ਉੱਤੇ ਜੀ ਤੇ ਸਾਈਡ ਤੇ ਜਾ ਕੇ ਮੁਖਾਲਫਤ ਬੇਈਮਾਨੀ ਆ ਜਾਏਗੀ। ਉਹਦੇ ਸ਼ੌਕ 'ਚ ਕਦੀ ਬਰਕਤ ਮੈਂ ਨਹੀਂ ਦੇ ਵੇਖੀ। ਇੰਨੇ ਸਾਲਾਂ 'ਚ ਮੈਨੂੰ ਵੀ ਇਸ ਸ਼ੌਕ ਦੇ ਵਿੱਚ ਕੋਈ 30-35 ਸਾਲ ਹੋ ਗਏ। ਮੇਰਾ ਤਜਰਬਾ ਹੈ
ਜਿਸ ਬੰਦੇ ਦੀ ਨੀਅਤ 'ਚ ਖਲਲ ਆਇਆ ਹੈ, ਉਹ ਤੇ ਕਦੀ ਬਰਕਤ ਨਹੀਂ ਰਹੀ। ਜਿਸ ਸ਼ਾਗਿਰਦ ਨੇ ਆਪਣੇ ਉਸਤਾਦ ਦੀ, ਆਪਣੇ ਸੀਨੀਅਰ ਦੀ ਇੱਜ਼ਤ ਕੀਤੀ ਹੈ, ਉੱਥੇ ਅੱਲਾਹ ਤਾਲਾ ਨੇ ਉਹਨੂੰ ਜ਼ਰੂਰ ਕਾਮਯਾਬੀ ਦਿੱਤੀ ਹੈ ਔਰ ਉਹਦੇ ਸ਼ੌਕ 'ਚ ਜ਼ਰੂਰ ਬਰਕਤ ਆਈ ਹੈ। ਇਸ ਵਾਸਤੇ ਉਸਤਾਦਾਂ ਦੇ ਨਾਲ ਅਟੈਚ ਰਹਿਣਾ ਚਾਹੀਦਾ ਹੈ ਤੇ ਏਡੇ ਜਜ਼ਬਾਤੀ ਫੈਸਲੇ ਨਹੀਂ ਕਰਨੇ ਚਾਹੀਦੇ। ਠੀਕ ਤੇ ਸਭ ਤੋਂ ਪਹਿਲੇ ਜਿਹੜਾ ਉਸਤਾਦ ਪੜ੍ਹੋ ਸੋਚ ਸਮਝ ਕੇ, ਸਮਝਦਾਰੀ ਨਾਲ ਅੱਛੀ ਸਿਲੈਕਸ਼ਨ ਕਰੋ, ਅੱਛਾ ਉਸਤਾਦ ਪੜ੍ਹੋ। ਤੇ ਬਾਕੀ ਉਸਤਾਦ ਨੇ ਹਰ ਸ਼ਾਇਦ ਦੱਸਣੀ ਹੁੰਦੀ ਹੈ ਸ਼ਾਗਿਰਦ ਦੀ ਤਾਬਿਆਦਾਰੀ ਦੇਖ ਕੇ। ਕਈ ਸ਼ਾਗਿਰਦ ਕਹਿੰਦੇ ਨਾ ਉਸਤਾਦ ਦੱਸ ਦੇਣੀ ਹੈ, ਮੈਂ ਕਹਿੰਦਾ ਉਹ ਸ਼ਾਗਿਰਦਾਂ ਦੀ ਸੋਚ ਗਲਤ ਹੈ। ਜਦੋਂ ਸ਼ਾਗਿਰਦ ਮੁਖਲਸ ਹੋ ਕੇ ਉਸਤਾਦ ਦੇ ਨਾਲ ਲੱਗੇਗਾ, ਇੱਕ ਟਾਈਮ ਆਏਗਾ ਉਸਤਾਦ ਹਰ ਸ਼ੈ ਆਪਣੀ ਆਪ ਨੂੰ ਦੱਸੇਗਾ। ਵੈਲਡਨ ਉਸਤਾਦ ਜੀ, ਇਹ ਗੱਲ ਹੈ ਮੇਰਾ ਉੱਤਰਬਾਜ਼ੀ ਦੀ। ਹਾਂਜੀ, ਮੇਰਾ ਸ਼ਾਗਿਰਦ ਹੈ ਸ਼ਾਨੀ, ਇਹ ਜਿਹੜਾ ਸ਼ੌਕ ਕਰਾ ਰਿਹਾ। ਹਾਂਜੀ ਬਿਲਕੁਲ। ਮੈਨੂੰ ਅੱਜ ਵੀ ਕਹਿਣਾ ਕਿ ਸ਼ਾਨੀ ਤੂੰ ਹਰ ਸ਼ੈ ਮੇਰੇ ਕੋਲ ਲਿਖ ਲੈ। ਕਹਿੰਦਾ ਨਹੀਂ ਭਾਣ, ਜਿੰਨੀ ਦੇਰ ਤੱਕ ਤੁਹਾਡੀ ਇਹ ਆਤੀ ਮੈਨੂੰ ਨਹੀਂ ਕਿਸੇ ਸ਼ੈ ਦੀ ਲੋੜ। ਮੈਂ ਤੁਹਾਡੇ ਨਾਲ ਅਟੈਚਮੈਂਟ ਰੱਖਣਾ ਚਾਹੁੰਦਾ। ਅਗਰ ਮੈਂ ਤੁਹਾਡੇ ਕੋਲ ਦਾਣਾ ਪਾਣੀ ਲਿਖ ਲਿਆ ਜਾਂ ਪੁੱਛ ਲਿਆ, ਫਿਰ ਮੇਰੀ ਤੁਹਾਡੀ ਅਟੈਚਮੈਂਟ ਖਤਮ ਹੋ ਜਾਏਗੀ। ਲਿਹਾਜ਼ਾ ਮੈਨੂੰ ਨਹੀਂ ਕੋਈ ਲੋੜ ਦਾਣੇ ਪਾਣੀ ਦੀ। ਮਤਲਬ ਸ਼ਾਰਟਕਟ ਬਣਾਉਂਦੇ ਤੁਹਾਡਾ ਜੀ ਸਾਰੀ ਝੁਕ ਲੈਂਦੇ। ਇਸ ਵਾਸਤੇ ਕਿਉਂ ਜੀ? ਇੰਜ ਦੇ ਤਾਬਿਆਦਾਰ ਸ਼ਾਗਿਰਦ ਹੋਣ ਤੇ ਹਰ ਸ਼ੈ ਉਸਤਾਦ ਆਪਣੇ ਆਪ ਖੁਦ ਹੀ ਦਿੰਦਾ ਹੈ। ਤੇ ਜਿਹੜੇ ਇਸ ਟਾਰਗੇਟ ਤੇ ਆਣ ਕਿ ਇਹ ਫਲਾਣੇ ਉਸਤਾਦ ਦਾ ਸ਼ਾਗਿਰਦ ਹੋਏ ਸਾਨੂੰ ਦਾਣਾ ਪਾਣੀ ਲੱਭ ਜਾਣਾ ਹੈ, ਉਹਨਾਂ ਨੂੰ ਨਾ ਦਾਣਾ ਪਾਣੀ ਮਿਲਦਾ ਹੈ ਤੇ ਨਾ ਉਹਨਾਂ ਦਾ ਮਕਸਦ ਪੂਰਾ ਹੁੰਦਾ ਹੈ। ਉਹਦਾ ਦੀ ਮੰਜ਼ਿਲ ਦੂਰ ਹੀ ਤੇ ਰਹਿੰਦੀ ਅੱਲਾਹ ਹੈ। ਤਾਲਾ ਜ਼ਾਤ ਉਹਨਾਂ ਨੂੰ ਫਲ ਵੀ ਨਹੀਂ ਲਾਏਗਾ। ਹਾਂਜੀ, ਨਹੀਂ ਜਿਹਦੀ ਨੀਅਤ